तुझ आगे अरदास हमारी, जियो पिंड सब तेरा। कहो नानक सब तेरी वडियाई, कोई नाम न जाने मेरा। गुरु तेग बहादुर सिमरिए, तेग बहादुर सिमरिए, गुरु तेग बहादुर। गुरु तेग बहादुर सिमरिए, तेग बहादुर सिमरिए, गुरु तेग बहादुर सिमरिए, गुरु तेग बहादुर सिमरिए। कारण होंदे आवे ताए, तेग बहादुर, तेग बहादुर सिमरिए। कारण होंदे आवे ताए, तेग बहादुर सिमरिए, तेग बहादुर सिमरिए। परम सत्कारयोग जुगो जुग अटल धन धन साहिब श्री गुरु ग्रंथ ਸਾਹਿਬ महाराज जी ਦੀ पावन पवित्र उच्ची सुची ਦੇ ਨਿੱਘੀ ਗੋਦ ਦਾ ਆਨੰਦ ਮਾਣ ਰਹੀ गुरु रूप गुरुसवारी साध संगत जीओ। जिथे आप जी माई भाई सारे ही प्रेमी जन दूरों नेड़ियों गुरचरणों में पुज के अपनी जिंदगी दीयां अमोल घड़ियां नूं गुरचरणों में लगा के सफलियां करन दी खेचला यानी कृपालता कर उत्थे सतगुरु गुरु तेग बहादुर जी महाराज के प्रकाश दिवस नूं मुख रख के सारियां ही संगतां गुरु घर भी चल के आईयां ने। कीर्तन की वर्खा कर रहे सन संत बाबा अमरीक सिंह पंज भैणियां वाले। गुरु की संगत तुसीं भागां वाले हो जो गुरु तेग बहादुर जी महाराज का पावन पवित्र प्रकाश गुरु ग्रंथ ਸਾਹਿਬ महाराज जी की पावन पवित्र हजूरी च बैठ के मना रहे। गुरु घर के वेद व्यास भाई गुरदास जी कहते ने, कहते बलिहारी तिन्ना गुर सिखां, मैं उन्हां सिखां तो कुर्बान जाना। किहड़े सिखां तो? यूं कहते ने, पाए भगत गुर पुरब करन दे, पाए भगत गुर पुरब करन दे, पाए भगत गुर पाए भगत गुर पुरब करन दे, पाए भगत गुर पुरब करन दे। बलिहारी तिन्ना गुर सिखां, बलिहारी तिन्ना गुर सिखां, बलिहारी तिन्ना गुर सिखां, बलिहारी तिन्ना गुर सिखां। बलिहारी तिन्ना गुर सिखां, बलिहारी तिन्ना गुर सिखां, बलिहारी तिन्ना गुर सिखां, बलिहारी तिन्ना गुर सिखां। बलिहारी तिन्ना गुर सिखां, बलिहारी तिन्ना गुर सिखां, बलिहारी तिन्ना गुर
ਗੁਰ ਸਿੱਖਾਂ। ਪਾਏ ਭਗਤ ਗੁਰ ਪੁਰਬ ਕਰਨ ਦੇ, ਪਾਏ ਭਗਤ ਗੁਰ ਪੁਰਬ ਕਰਨ ਦੇ। ਉਹਨਾਂ ਗੁਰਸਿੱਖਾਂ ਤੋਂ ਮੈਂ ਕੁਰਬਾਨ ਜਾਂਦਾ। ਕਹਿੰਦੇ ਜਿਹੜੇ ਸ਼ਰਧਾ ਰੱਖ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਗੁਰਪੁਰਬ ਮਨਾਉਂਦੇ ਨੇ, ਭਾਗਾਂ ਵਾਲਿਓ, ਮਨੁੱਖਾ ਜਨਮ ਇੱਕੋ ਵਾਰੀ ਮਿਲਦਾ, ਦੂਜੀ ਵਾਰੀ ਨਹੀਂ ਮਿਲਦਾ। ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕ ਇਵੇਂ ਜਾਣੀਆਂ ਸਭ ਆਪੇ ਸਚਿਆਰ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ, ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਬੜੇ ਲਾਡਲੇ ਸੁਪੁੱਤਰ ਸਨ। ਆਪ ਜੀ ਦਾ ਅਵਤਾਰ ਮਾਤਾ ਨਾਨਕੀ ਦੀ ਕੁੱਖ ਤੋਂ ਹੋਇਆ ਸੀ। ਗੁਰੂ ਘਰ ਦੇ ਵਿੱਚ ਨਾਨਕੀ ਸ਼ਬਦ ਦੋ ਵਾਰੀ ਆਇਆ। ਇੱਕ ਨਾਨਕੀ ਸ਼ਬਦ ਗੁਰੂ ਨਾਨਕ ਜੀ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ। ਦੂਜਾ ਨਾਨਕੀ ਸ਼ਬਦ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਪਰਮ ਪੂਜਨੀਕ ਮਾਤਾ ਜੀ ਦਾ ਨਾਂ ਮਾਤਾ ਨਾਨਕੀ ਸੀ। ਗੁਰੂ ਕੀ ਸੰਗਤ ਹੋਣ ਹਰ ਵਿਰਵਾਨ ਕੇ, ਹੋਤ ਚੀਕਣੇ ਚੀਕਣੇ ਪਾਤ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ, ਆਪ ਜੀ ਦਾ ਪਹਿਲਾ ਨਾਂ ਤਿਆਗਮਲ ਸੀ। ਗੁਰੂ ਕੀ ਸੰਗਤ ਛੋਟੀ ਜੀ ਉਮਰ ਸੀ। ਨਾਲ ਦੇ ਮਾਫ ਕਰਨਾ, ਆਪਣੇ ਪਿਤਾ ਦੀ ਗੋਦੀ ਵਿੱਚ ਬੈਠਦੇ ਸਨ। ਜਦੋਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਦੀ ਵਿੱਚ ਬੈਠਦੇ ਸਨ, ਜਿਵੇਂ ਬੱਚਾ ਆਪਣੇ ਪਿਤਾ ਦੀ ਗੋਦੀ 'ਚ ਬੈਠਦਾ। ਹਿੰਦੁਸਤਾਨ ਦੀ ਰਾਖੀ ਵਾਸਤੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਅਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜੰਗੋ ਜੰਦਾਲ ਕੀਤੇ। ਚੌਥੇ ਛੇਵੇਂ ਪਾਤਸ਼ਾਹ ਨੇ 4 ਜੰਗ ਲੜੇ। 10ਵੇਂ ਪਾਤਸ਼ਾਹ ਨੇ ਤਾਂ ਗਊ ਗਰੀਬ ਦੀ ਰੱਖਿਆ ਵਾਸਤੇ ਸਾਰਾ ਸਰਬੰਸ ਹੀ ਕੁਰਬਾਨ ਕਰਕੇ ਰੱਖ ਦਿੱਤਾ। ਮਾਫ ਕਰਨਾ ਗੁਰੂ ਕੀ ਸੰਗਤ, ਕਹਿੰਦੇ ਨੇ ਜਦੋਂ ਸਾਹਿਬਜ਼ਾਦਾ ਤਿਆਗਮਲ ਆਪਣੇ ਪਿਤਾ ਦੀ ਗੋਦੀ 'ਚ ਬੈਠਦਾ ਸੀ, ਹਿੰਦੁਸਤਾਨ ਦੀ ਰਾਖੀ ਵਾਸਤੇ ਗੁਰੂ ਸਾਹਿਬ ਨੇ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ। 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਫਕੀਰੀ ਦੀ। ਮਹਾਰਾਜ ਬਾਬਾ ਤਿਆਗਮਲ ਜੀ ਛੋਟੀ ਉਮਰ 'ਚ ਹੀ, ਬਾਲ ਅਵਸਥਾ ਵਿੱਚ ਹੀ, ਜਦੋਂ ਆਪਣੇ ਪਿਤਾ ਦੀ ਗੋਦੀ 'ਚ ਬੈਠਦੇ ਸਨ ਤਾਂ ਮਹਾਰਾਜ ਦੇ ਗਾਤਰੇ ਕਿਰਪਾਨਾਂ ਨੂੰ ਦੋਨਾਂ ਹੱਥਾਂ 'ਚ ਫੜ ਕੇ, ਅੱਜ ਕੱਲ੍ਹ ਦੇ ਬੱਚੇ ਤਾਂ ਜਾਂ ਪਿਤਾ ਦੀ ਦਾੜੀ ਫੜਨਗੇ ਜਾਂ ਮਾਂ ਦਾ ਕੇਸ ਫੜ ਕੇ ਖਿੱਚਣਗੇ, ਪਰ ਸਾਹਿਬਜ਼ਾਦਾ ਤਿਆਗਮਲ ਜਦੋਂ ਆਪਣੇ ਪਿਤਾ ਦੀ ਗੋਦੀ ਵਿੱਚ ਖੇਡਦਾ ਸੀ ਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੀਆਂ ਦੋਵੇਂ ਧਾਰਨ ਕੀਤੀਆਂ ਮੀਰੀ ਪੀਰੀ ਦੀਆਂ ਤਲਵਾਰਾਂ ਨੂੰ ਦੇ ਗਾਤਰਿਆਂ ਨੂੰ ਫੜ ਕੇ, ਗੁਰੂ ਕੀ ਸੰਗਤ ਜਿਵੇਂ ਬੱਚੇ ਛਿਨਕਣੇ ਵਜਾਉਂਦੇ ਨੇ, ਇਉਂ ਗੁਰੂ ਸਾਹਿਬ ਖੇਡਦੇ ਸਨ। ਦੋਨਾਂ ਗਾਤਰਿਆਂ ਨੂੰ ਦੋਨਾਂ ਹੱਥਾਂ 'ਚ ਫੜ ਕੇ ਗੁਰੂ ਕੀ ਸੰਗਤ ਦੇ ਗਾਤਰੇ ਨਾਲ ਗਾਤਰਾ ਵਜਾਉਣਾ। ਗੁਰੂ ਘਰ ਦੇ ਅੰਨ ਸ਼ਰਧਾਲੂ ਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਇੱਕ ਦਿਨ ਆਪ ਜੀ ਨੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਗਿਰੀ ਨਿਵਾਜ, ਜਦੋਂ ਸਾਹਿਬਜ਼ਾਦਾ ਤਿਆਗਮਲ ਆਪ ਜੀ ਦੀ ਗੋਦੀ ਵਿੱਚ ਖੇਡਦਾ, ਤੁਹਾਡੇ ਗਾਤਰੇ ਕਿਰਪਾਨਾਂ ਨੂੰ ਫੜ ਕੇ, ਗਾਤਰਿਆਂ ਨੂੰ ਫੜ ਕੇ, ਇਹ ਮਾਫ ਕਰਨਾ ਗਾਤਰੇ ਨਾਲ ਗਾਤਰਾ ਖੜਕਾਉਂਦਾ ਜਾਂ ਗਾਤਰੇ ਨਾਲ ਗਾਤਰਾ ਖਿੱਚਦਾ। ਮਹਾਰਾਜ ਇਹਦੇ ਵਿੱਚ ਕੀ ਭੇਦ ਹੈ? ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਬਾਬਾ ਜੀ, ਬਾਬਾ ਬੁੱਢਾ ਜੀ ਨੂੰ ਮੁਖਾਤਬ ਕਰਕੇ ਆਖਿਆ, ਬਾਬਾ ਬੁੱਢਾ ਜੀ, ਸਾਡਾ ਸਾਹਿਬਜ਼ਾਦਾ ਕਹਿ ਰਿਹਾ, ਪਿਤਾ ਜੀ ਤੁਸੀਂ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਨੇ। ਮਾਫ ਕਰਨਾ, ਤੁਸੀਂ ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਨੇ ਜ਼ੁਲਮ ਦਾ ਟਾਕਰਾ ਕਰਨ ਵਾਸਤੇ, ਪਰ ਤੁਹਾਡਾ ਲਾਡਲਾ ਜ਼ੁਲਮ ਨੂੰ ਰੋਕਣ ਵਾਸਤੇ ਆਪਣਾ ਸੀਸ ਤਲਵਾਰ ਦੀ ਭੇਟ ਕਰ ਦੇਵੇਗਾ। ਖਾਲਸਾ ਜੀ ਪੁੱਛਿਆ ਸੀ ਕਿਸ ਨੇ ਨਦੀ ਨੂੰ, ਤੇਰਾ ਪਾਣੀ ਬੜਾ ਚਮਕਦਾਰ ਹੈ, ਤੇਰੀ ਚਾਲ ਮਾਫ ਕਰਨਾ ਤੂੰ ਚਾਨਣੀ ਰਾਤ ਦੀ ਤਰ੍ਹਾਂ ਚਮਕਦੀ ਹੈ। ਮਾਫ ਕਰਨਾ, ਤੇਰੀ ਚਾਲ ਸੁਪਣੀ ਵਾਲੀ ਹੈ, ਕਦੇ ਕਿਤੇ ਨੂੰ ਚੱਲਦੀ, ਕਦੇ ਕਿਤੇ ਨੂੰ ਚੱਲਦੀ ਹੈ। ਕਿਸੇ ਨੇ ਸ਼ਾਇਰ ਨੇ ਲਿਖਿਆ ਸੀ,
ਅੱਗੋਂ ਨਦੀ ਨੇ ਜਵਾਬ ਦਿੱਤਾ, ਉੱਚੇ ਪਰਬਤ ਦੁਰਾਡੀਆਂ ਘਾਟੀਆਂ ਤੋਂ ਜਿਹੜੀਆਂ ਕੰਕਰਾਂ ਢੱਕੀਆਂ ਰਹਿੰਦੀਆਂ ਨੇ, ਸਿਮ ਸਿਮ ਕੇ ਵੱਜਿਆ ਮੁੱਢ ਮੇਰਾ। ਨਦੀਆਂ ਹੋਰ ਵੀ ਇੱਕ ਦੋ ਵਹਿੰਦੀਆਂ ਨੇ, ਮੈਨੂੰ ਉਹਨਾਂ ਦਾ ਕੁਝ ਵੀ ਪਤਾ ਨਹੀਂ, ਕਿੱਧਰੋਂ ਵਹਿੰਦੀਆਂ ਅਤੇ ਕਿੱਧਰ ਨੂੰ ਢਹਿੰਦੀਆਂ ਨੇ। ਸੂਲਾਂ ਜੰਮਦੀਆਂ ਦੇ ਤਿੱਖੇ ਮੁੱਢ ਹੁੰਦਾ, ਕਿੰਕਰ ਉੱਡ ਉਡਾਰਨਾ ਵਹਿੰਦੀਆਂ ਨੇ। ਜਿਨ੍ਹਾਂ ਨੇ ਬੱਚਿਆਂ ਨੇ ਅੱਗੇ ਵਧਣਾ ਹੁੰਦਾ, ਉਹਨਾਂ ਬੱਚਿਆਂ ਦੇ ਜੰਮਦਿਆਂ ਦੇ ਲੱਖਣ ਮਾਫ਼ ਕਰਨਾ ਗੁਰੂ ਕੀ ਸੰਗਤ ਵੱਖਰੇ ਹੁੰਦੇ ਨੇ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਕਹਿੰਦੇ 5 ਸਾਲ ਦਾ ਸੀ, ਇਹਦੇ ਪਿਤਾ ਨੇ ਇਹਨੂੰ ਖੂਹ ਦੀ ਗਾਦੀ ਦੇ ਉੱਤੇ ਖੂਹ ਹੱਕਣ ਵਾਸਤੇ ਲਾ ਦਿੱਤਾ। ਕੱਤਕ ਦੇ ਦਿਨ ਸਨ, ਮਾਫ਼ ਕਰਨਾ ਪਿਤਾ ਕਹਿੰਦਾ ਮੈਂ ਤੇਰੇ ਵਾਸਤੇ ਰੋਟੀ ਲੈ ਕੇ ਆਉਂਦਾ। ਜਦੋਂ ਖੇਤ ਦੇ ਵਿੱਚ ਪਾਣੀ ਲੱਗ ਜਾਏ, ਸੁੱਕੀ ਜ਼ਮੀਨ ਸੀ, ਅਤੇ ਭਗਤ ਸਿੰਘ ਕਹਿੰਦੇ ਨੇ ਡੱਕੇ ਲੈ ਕੇ ਨਾ ਖੇਤਾਂ ਦੇ ਵਿੱਚ ਡੱਕੇ ਗੱਡ ਰਿਹਾ ਸੀ। ਇਹਦਾ ਜਦੋਂ ਪਿਤਾ ਆਇਆ, ਇਹਦੇ ਪਿਤਾ ਨੇ ਆਖਿਆ ਬੇਟਾ ਤੂੰ ਕੀ ਕਰ ਰਿਹਾ? ਆਹ ਡੱਕੇ ਗੱਡਦਾ ਪਿਆ। ਆਖਿਆ ਪਿਤਾ ਜੀ ਤੁਸੀਂ ਤਾਂ ਕਣਕ ਬੀਜੀ ਹੈ, ਮੈਂ ਬੰਦੂਕਾਂ ਬੀਜ ਰਿਹਾ। ਉਹਨੇ ਆਖਿਆ ਬੰਦੂਕਾਂ ਉਹ ਕਾਹਦੇ ਲਈ? 5 ਸਾਲ ਦੀ ਉਮਰ ਦੇ ਵਿੱਚ ਹੋਣਹਾਰ ਵਿਰਵਾਨ ਕੇ ਹੋ ਚਿਕਣੇ ਬਾਤ। ਆਖਿਆ ਪਿਤਾ ਜੀ ਮਾਫ਼ ਕਰਨਾ, ਇਹ ਮੈਂ ਬੰਦੂਕਾਂ ਬੀਜ ਰਿਹਾ। ਇਹ ਬੰਦੂਕਾਂ ਇਸ ਕਰਕੇ ਬੀਜ ਰਿਹਾ, ਮੁਲਕ ਉਦੋਂ ਆਜ਼ਾਦ ਸੀ। ਆਖਿਆ ਜ਼ਾਲਮ ਅੰਗਰੇਜ਼ ਦੀਆਂ ਜੜ੍ਹਾਂ ਉਖਾੜਨ ਦੇ ਵਾਸਤੇ ਇਹਨਾਂ ਬੰਦੂਕਾਂ ਦੇ ਨਾਲ ਮੈਂ ਮੁਕਾਬਲਾ ਕਰਾਂਗਾ। ਮਾਫ਼ ਕਰਨਾ ਗੁਰੂ ਕੀ ਸੰਗਤ ਛੋਟੀ ਉਮਰ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੋ ਬੜੇ ਤਿਆਗ ਮਾਫ਼ ਕਰਨਾ ਕੀ ਭੋਲੇ ਸੁਭਾਅ ਦੇ ਸਨ। ਮਾਹਰ ਦੇ ਮਹਿਲ 6ਵੇਂ ਪਾਤਸ਼ਾਹ ਦੀਆਂ 4 ਸ਼ਾਦੀਆਂ ਭਾਵੇਂ ਹੋਰ ਵੀ ਸਨ। ਇੱਕ ਦਿਨ ਮਾਤਾ ਜੀ ਨੇ ਬੇਨਤੀ ਕੀਤੀ, ਮਾਤਾ ਨਾਨਕੀ ਜੀ ਨੇ, ਮਹਾਰਾਜ ਮੇਰਾ ਇਹ ਭੋਲਾ ਜਿਹਾ ਪੁੱਤਰ ਮਹਾਰਾਜ ਕੋਈ ਬਹੁਤੇ ਚੰਚਲ ਸੁਭਾਅ ਦੇ ਨਹੀਂ ਸਨ। ਜੇ ਬਾਣੀ ਪੜ੍ਹ ਕੇ ਵੇਖੀਏ, 9ਵੇਂ ਪਾਤਸ਼ਾਹ ਦੀ ਬਾਣੀ ਮਹਾਂਪੁਰਖ ਬੈਠੇ ਨੇ, ਇੰਨੀ ਵਿਰਾਗਮਈ ਹੈ ਕਿ ਜੇ ਬੰਦਾ ਬਾਣੀ ਪੜ੍ਹ ਕੇ ਵੇਖੇ, ਵੱਡੇ ਤੋਂ ਵੱਡੇ ਪੱਥਰ ਦਿਲ ਦਾ ਵੀ ਹਿਰਦਾ ਦਹਿਲ ਜਾਂਦਾ। ਮਾਫ਼ ਕਰਨਾ ਤਾਂ ਮਹਾਰਾਜ ਮਾਤਾ ਜੀ ਨੇ ਬੇਨਤੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ, ਮਹਾਰਾਜ ਇਹ ਤੁਹਾਡਾ ਲਾਡਲਾ ਬੜਾ ਭੋਲਾ ਭਾਲਾ ਪਾਇਆ, ਇਹ 8 ਪੈਰੀ ਚੁੱਪ ਰਹਿੰਦਾ, ਆਪਣੀ ਮਸਤੀ 'ਚ ਰਹਿੰਦਾ। ਮਾਫ਼ ਕਰਨਾ ਗੁਰੂ ਕੀ ਸੰਗਤ, ਗੁਰੂ ਹਰਗੋਬਿੰਦ ਮਹਾਰਾਜ ਇਹਦਾ ਕੰਮ ਕਿਵੇਂ ਚੱਲੇਗਾ? ਮਾਂ ਨੂੰ ਬੱਚੇ ਦਾ ਜ਼ਿਆਦਾ ਫਿਕਰ ਹੁੰਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਨਾਨਕੀ ਇਹ ਭੋਲਾ ਭਾਲਾ, ਇਹ ਤੇਰਾ ਪੁੱਤਰ ਇੱਕ ਦਿਨ ਦੁਨੀਆ ਦੇ ਇਤਿਹਾਸ ਦਾ ਨਕਸ਼ਾ ਬਦਲ ਕੇ ਰੱਖ ਦੇਵੇਗਾ। ਜਿੱਥੋਂ ਜਿਮੀ ਸ਼ੁਰੂ ਹੁੰਦੀ ਹੈ, ਜਿੱਥੇ ਜਿਮੀ ਮੁੱਕਦੀ ਹੈ, ਜਿਮੀ ਤੋਂ ਲੈ ਕੇ ਆਕਾਸ਼ ਤੱਕ ਸਾਰੀਆਂ ਹੀ ਕੁੰਟਾਂ ਦੇ ਵਿੱਚ ਮਾਫ਼ ਕਰਨਾ ਇਹਦੇ ਨਾਂ ਦਾ ਬੋਲਬਾਲਾ ਹੋਵੇਗਾ। ਤਾਂ ਹੀ ਤਾਂ ਦੱਸਿਆ ਨਾ 10ਵੇਂ ਪਾਤਸ਼ਾਹ ਨੇ ਆਪਣੀ ਬਾਣੀ 'ਚ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ, ਹੈ ਸਭ ਜਗ ਭਇਓ ਜੈ 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 ਸੁਰਲੋਗ। ਬੜੀ ਛੋਟੀ ਉਮਰ ਸੀ। ਕਹਿੰਦੇ ਨੇ ਇੱਕ ਦਿਨ ਨਾਲ ਦੇ ਸਾਥੀ ਬੱਚਿਆਂ ਨਾਲ ਖੇਡਦੇ ਮਾਫ਼ ਕਰਨਾ ਗੁਰੂ ਕੀ ਸੰਗਤ, ਕਈ ਗੱਲਾਂ ਕਰਨ ਵਾਲੀਆਂ ਨਹੀਂ ਪਰ ਸਮੇਂ ਨਾਲ ਕੀਤੀਆਂ ਜਾਂਦੀਆਂ ਨੇ। ਗੁਰੂ ਕੀ ਸੰਗਤ ਕਈ ਖੈਰ ਰਹੋ ਵਿਚਾਰ ਇੱਧਰ ਨਾ ਜਾਈਏ। ਇੱਕ ਦਿਨ ਨਾਲ ਦੇ ਸਾਥੀ ਬੱਚਿਆਂ ਦੇ ਨਾਲ ਖੇਡਦੇ ਜੇ ਬੱਚਿਆਂ ਨੂੰ ਖੇਡ ਪਿਆਰੀ ਹੁੰਦੀ ਹੈ, ਇੱਕ ਮੰਗਤਾ ਹੁੰਦਾ, ਇੱਕ ਭਿਖਾਰੀ ਹੁੰਦਾ। ਉਹ ਭਿਖਾਰੀ ਆ ਕੇ ਬੱਚਿਆਂ ਨੂੰ ਕਹਿੰਦਾ, ਬੱਚਿਓ ਮੈਂ ਭੁੱਖਾਂ ਦਾ ਮਾਰਿਆ ਹਾਂ, ਮੈਨੂੰ ਕੋਈ ਖਾਣ ਵਾਸਤੇ ਦਿਓ। ਸਾਰੇ ਬੱਚਿਆਂ ਨੇ ਕਿਹਾ ਬਾਬਾ ਬੱਚਿਆਂ ਨੂੰ ਦੇਈਦਾ ਹੁੰਦਾ ਕਿ ਬੱਚਿਆਂ ਕੋਲ ਲਈਦਾ ਹੁੰਦਾ? ਸਾਡੇ ਕੋਲ ਤੈਨੂੰ ਦੇਣ ਵਾਸਤੇ ਕੀ ਹੈ? ਜਾ ਨੇੜੇ ਲੱਗਦਾ ਨਗਰ ਪਿੰਡ ਆ, ਇੱਥੋਂ ਜਾ ਕੇ ਮੰਗ, ਸਾਡੇ ਕੋਲ ਕੀ ਹੈ? ਉਹ ਮੰਗਤਾ ਭਿਖਾਰੀ ਉਦਾਸ ਹੋ ਕੇ ਪਿੱਛੇ ਮੁੜਦਾ। ਤਿਆਗਮਲ ਜੀ ਨੇ ਆਵਾਜ਼ ਦਿੱਤੀ। ਜਦੋਂ ਤਿਆਗਮਲ ਜੀ ਨੇ ਆਵਾਜ਼ ਦਿੱਤੀ, ਭਾਵ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਹਿਲਾ ਨਾਮ ਤਿਆਗਮਲ ਸੀ। ਇਹੋ ਜਿਹਾ ਤਿਆਗ ਮਾਫ਼ ਕਰਨਾ ਗੁਰੂ ਕੀ ਸੰਗਤ
ਜਿਸ ਦਾ ਮਾਫ ਕਰਨਾ ਦਾਦਾ ਗੁਰੂ ਅਰਜਨ ਦੇ ਮਾਰਾ ਸ਼ਹੀਦ। ਇਹੋ ਜਿਹਾ ਤਿਆਗੂ ਗੁਰੂ ਮਾਫ ਕਰਨਾ, ਜਿਹਦਾ ਮਾਫ ਕਰਨਾ ਦਾਦੇ ਗੁਰੂ ਦਾ ਪੋਤਰਾ ਗੁਰੂ ਤੇਗ ਬਹਾਦਰ, ਭਾਵ ਗੁਰੂ ਅਰਜਨ ਦੇਵ ਮਹਾਰਾਜ ਦਾ ਪੋਤਰਾ, ਤੇ ਸ਼ਹੀਦ ਦਾਦੇ ਦਾ ਪੋਤਰਾ ਗੁਰੂ ਤੇਗ ਬਹਾਦਰ, ਤੇ ਸ਼ਹੀਦ ਪੋਤਰਿਆਂ ਦਾ ਦਾਦਾ ਗੁਰੂ ਤੇਗ ਬਹਾਦਰ। ਸਾਧ ਸੰਗਤ ਜੀ ਸਾਰੇ ਪੜ੍ਹੀ ਜਾਂਦੇ ਆ, ਤੇਗ ਬਹਾਦਰ ਹਿੰਦ ਦੀ ਚਾਦਰ ਸਰਦੀ ਦੇ ਦਿਨਾਂ ਵਿੱਚ ਜਦੋਂ ਠੰਡ ਲੱਗਦੀ ਨਾ, ਅਸੀਂ ਚਾਦਰ ਦੀ ਬੁੱਕਲ ਮਾਰ ਕੇ ਆਪਣੇ ਆਪ ਨੂੰ ਓੜ ਲੈਂਦੇ ਹਾਂ, ਢੱਕ ਲੈਂਦੇ ਹਾਂ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਨੂੰ ਤੇਗ ਬਹਾਦਰ ਹਿੰਦ ਦੀ ਚਾਦਰ ਦਾ ਖਿਤਾਬ ਬਖਸ਼ਿਆ, ਜਿਨ੍ਹਾਂ ਨੇ ਹਿੰਦੁਸਤਾਨ ਦੇ ਸਾਰੇ ਦੁੱਖਾਂ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਹਿੰਦੁਸਤਾਨ ਨੂੰ ਮਾਫ ਕਰਨਾ ਗੁਰੂ ਕੀ ਸੰਗਤ ਨਵੀਂ ਜ਼ਿੰਦਗੀ ਦਿੱਤੀ। ਤਾਂ ਜਦੋਂ ਉਹ ਮੰਗਤਾ ਚਲਾ ਜਾਂਦਾ, ਤਿਆਗ ਮੱਲ ਜੀ ਨੇ ਆਖਿਆ ਬੱਚਿਆਂ ਨੂੰ, ਇਹ ਤੁਸੀਂ ਕੀ ਕੀਤਾ? ਤੁਸੀਂ ਚੰਗਾ ਨਹੀਂ ਕੀਤਾ। ਉਹ ਆਇਆ ਸੀ, ਤੁਸੀਂ ਉਹਨੇ ਕੋਈ ਮੰਗ ਕੀਤੀ, ਉਹਨੂੰ ਜੇ ਦੇਣਾ ਨਹੀਂ ਸੀ ਤੇ ਇਹ ਕਿਉਂ ਕਹਿਣਾ, ਇਹ ਕਿਉਂ ਕਿਹਾ? ਜਾਂ ਪਿੰਡ 'ਚ ਜਾ ਕੇ ਮੰਗ। ਬੱਚਿਆਂ ਨੂੰ ਦਈਦਾ ਹੁੰਦਾ ਕਿ ਬੱਚਿਆਂ ਕੋਲ ਲਈਦਾ ਹੁੰਦਾ? ਨਾਲ ਦੇ ਬੱਚੇ ਆਖਿਆ, ਤਿਆਗ ਮੱਲ ਜੀ ਸੱਚਮੁੱਚ ਸਾਡੇ ਕੋਲ ਕੀ ਹੈ? ਤਿਆਗ ਮੱਲ ਜੀ ਨੇ ਆਵਾਜ਼ ਦਿੱਤੀ, ਬਾਬਾ ਗੱਲ ਸੁਣ ਕੇ ਜਾਈ, ਬਾਬਾ ਗੱਲ ਸੁਣ ਕੇ ਜਾਈ। ਮੰਗਤਾ ਪਿੱਛੇ ਮੁੜਦਾ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ, ਭਾਵ ਤਿਆਗ ਮੱਲ ਦੇ ਪ੍ਰਗਾਸ਼ ਸਮੇਂ ਕਿਸੇ ਸ਼ਰਧਾਲੂ ਸਿੱਖ ਨੇ ਬੜੀ ਬਹੁਮੁੱਲੀ ਹੀਰਿਆਂ, ਮੋਤੀਆਂ, ਲਾਲਨਾ ਜੜਤ ਇੱਕ ਸੋਨੇ ਦੀ ਜੰਜੀਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਰੱਖ ਕੇ ਨਮਸਕਾਰ ਕੀਤੀ ਸੀ। ਉਹ ਜੰਜੀਰੀ ਹਮੇਸ਼ਾ ਹੀ ਤਿਆਗ ਮੱਲ ਜੀ ਦੇ ਗਲੇ ਵਿੱਚ ਰਹਿੰਦੀ ਸੀ। ਪਾਤਸ਼ਾਹ ਨੇ ਆਖਿਆ, ਬਾਬਾ ਉਰਾਂ ਆ, ਮੰਗਤਾ ਵਾਪਸ ਮੁੜਦਾ। ਤਿਆਗ ਮੱਲ ਜੀ ਨੇ ਆਪਣੇ ਗਲੇ ਦੀ ਜੰਜੀਰੀ ਉਤਾਰ ਕੇ ਮੰਗਤੇ ਦੀ ਝੋਲੀ 'ਚ ਪਾ ਕੇ ਆਖਿਆ, ਲੈ ਬਾਬਾ, ਮੇਰੀ ਮਾਂ ਕਹਿੰਦੀ ਸੀ ਇਹ ਜੰਜੀਰੀ ਬੜੀ ਮਹਿੰਗੀ ਹੈ, ਬੜੀ ਬਹੁਮੁੱਲੀ ਹੈ, ਤੇਰੀ ਗਰੀਬੀ ਤਾਂ ਕੀ, ਤੇਰੀਆਂ ਕਈ ਕੁੱਲਾਂ ਦੀ ਗਰੀਬੀ ਦੂਰ ਹੋ ਜਾਏਗੀ। ਮਾਫ ਕਰਨਾ ਜਿਨ੍ਹਾਂ ਦੀ ਬਾਣੀ ਸਾਧ ਸੰਗ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹਰ ਭੈ ਨਹੀਂ ਜਾਂਕੇ, ਕੰਚਨ ਮਾਟੀ ਮੰਨੈ। ਜਿਹੜਾ ਸੋਨੇ ਨੂੰ ਮਿੱਟੀ ਸਮਝੇ, ਮੈਂ ਨਿੰਦਿਆ ਨਾ ਉਸ ਤੇ ਜਾ ਕੇ, ਲੋਭ ਮੋਹ ਅਭਿਮਾਨਾ, ਹਰ ਸੋਖ ਤੇ ਰਹੇ ਨਿਆਰਿਓ, ਨਾਹੀਂ ਮਾਨ ਅਪਮਾਨਾ। ਗੁਰੂ ਕੀ ਸੰਗਤ ਉਹ ਨਾਲ ਦੇ ਬੱਚੇ ਦੌੜੇ ਗਏ। ਤਿਆਗ ਮੱਲ ਜੀ ਦੀ ਮਾਤਾ ਨੂੰ ਆਖਿਆ, ਮਾਤਾ ਨਾਨਕੀ ਜੀ ਨੂੰ ਆਖਿਆ, ਮਾਤਾ ਵੇਖਿਆ ਤੇਰੇ ਲਾਡਲੇ ਦੇ ਕੰਮ, ਗਲੇ ਦੀ ਜੰਜੀਰੀ ਉਤਾਰ ਕੇ ਇੱਕ ਮੰਗਤੇ ਨੂੰ ਦਿਆ ਹੈ। ਮਾਤਾ ਜੀ ਨੂੰ ਪਤਾ ਲੱਗਾ, ਮਾਤਾ ਜੀ ਨੇ ਬੁਲਾਇਆ, ਬੇਟਾ ਤਿਆਗ ਮੱਲ, ਇਹ ਤੂੰ ਕੀ ਕੀਤਾ? ਇਹ ਚੈਨੀ ਤਾਂ ਬੜੀ ਬਹੁਮੁੱਲੀ ਸੀ, ਇਹ ਚੈਨੀ ਤਾਂ ਬੜੀ ਬਹੁਮੁੱਲੀ ਸੀ। ਮਾਫ ਕਰਨਾ ਗੁਰੂ ਕੀ ਸੰਗਤ, ਜੋ ਤੂੰ ਮੰਗਤੇ ਦੀ ਝੋਲੀ 'ਚ ਪਾਇਆ ਹੈ, ਇਹ ਤਾਂ ਬੜੀ ਬਹੁਮੁੱਲੀ ਸੀ, ਤੂੰ ਚੰਗਾ ਨਹੀਂ ਕੀਤਾ। ਤੇਰੇ ਪਿਤਾ ਨੂੰ ਪਤਾ ਲੱਗਾ, ਉਹ ਤੈਨੂੰ ਵੀ ਝਿੜਕੇਗਾ ਤੇ ਸਾਨੂੰ ਵੀ ਝਿੜਕੇ, ਮੈਨੂੰ ਵੀ ਝਿੜਕੇਗਾ। ਮਾਫ ਕਰਨਾ। ਉਸ ਮੌਕੇ ਮਾਤਾ ਨਾਨਕੀ ਜੀ ਤਿਆਗ ਮੱਲ ਜੀ ਨੂੰ ਬਾਂਹ ਤੋਂ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਲੈ ਕੇ ਗਏ। ਵੇਖਿਆ ਤੁਸੀਂ ਮਾਫ ਕਰਨਾ ਗੁਰੂ ਕੀ ਸੰਗਤ ਆਪਣੇ ਲਾਡਲੇ ਦੇ ਕੰਮ ਦੇਖ ਕੇ ਆਪਣੇ ਗਲੇ ਦੀ ਜੰਜੀਰੀ ਉਤਾਰ ਕੇ ਇੱਕ ਮੰਗਤੇ ਦੀ ਝੋਲੀ 'ਚ ਪਾਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ, ਨਾਨਕੀ ਤੂੰ ਇੱਕ ਜੰਜੀਰੀ ਦੀ ਗੱਲ ਕਰਦੀ ਹੈ, ਸਮਾਂ ਆਏਗਾ, ਵਕਤ ਆਏਗਾ, ਤੇਰਾ ਇਹ ਲਾਡਲਾ ਦਰ 'ਤੇ ਆਏ ਭਿਖਾਰੀਆਂ ਦੀ ਝੋਲੀ ਵਿੱਚ ਆਪਣਾ ਸੀਸ ਵੀ ਦਾਨ ਵਜੋਂ ਪਾ ਦੇਵੇਗਾ। ਮਾਫ ਕਰਨਾ ਗੁਰੂ ਪਿਆਰਿਓ, ਗੁਰੂ ਤੇਗ ਬਹਾਦਰ ਜੀ ਮਹਾਰਾਜ। ਸਾਧ ਸੰਗਤ ਜੀ, ਜਿੱਥੋਂ ਆਪ ਜੀ ਦਾ ਨਾਮ ਤਿਆਗ ਮੱਲ ਤੋਂ ਤੇਗ ਬਹਾਦਰ ਬਣਿਆ, ਮਾਫ ਕਰਨਾ ਗੁਰੂ ਕੀ ਸੰਗਤ ਤੇਗ ਬਹਾਦਰ ਬਣਿਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 4 ਜੰਗ ਲੜੇ। ਆਖਰੀ ਜੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ
ਕਰਤਾਰਪੁਰ ਸਾਹਿਬ ਦਾ ਜੰਗ ਸੀ। ਬਹੁਤ ਲੋਕਾਂ ਨੂੰ ਘੱਟ ਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਜੰਗ ਲੜਿਆ। ਕਰਤਾਰਪੁਰ ਸਾਹਿਬ ਦੇ ਜੰਗ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਉਹ ਤਲਵਾਰ ਵਾਹੀ, ਸਾਧ ਸੰਗਤ ਜ਼ਾਲਮਾਂ ਦੇ ਛੱਕੇ ਛੁਡਾ ਕੇ ਰੱਖ ਦਿੱਤੇ। ਆਪ ਜੀ ਦੀ ਬਹਾਦਰੀ ਦੇ ਖੁਸ਼ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਬੇਟਾ ਤਿਆਗਮਲ, ਤੂੰ ਤਿਆਗਮਲ ਨਹੀਂ, ਤੂੰ ਤੇਗ ਬਹਾਦਰ ਹੈ। ਤੇਗ ਕਹਿੰਦੇ ਨੇ ਕਿਰਪਾਨ ਨੂੰ, ਬਹਾਦਰ ਕਹਿੰਦੇ ਨੇ ਸੂਰਮੇ ਨੂੰ। ਤੂੰ ਤੇਗ ਬਹਾਦਰ ਹੈ, ਭਾਵ ਤੂੰ ਤਲਵਾਰ ਦਾ ਧਣੀ ਹੈ। ਗੁਰੂ ਕੀ ਸੰਗਤ ਇੱਥੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਨੂੰ ਚਲੇ ਗਏ। ਮਾਫ਼ ਕਰਨਾ, ਗੁਰੂ ਤੇਗ ਬਹਾਦਰ ਮਹਾਰਾਜ ਦਾ ਰਿਸ਼ਤਾ ਬਾਬਾ ਸ੍ਰੀ ਚੰਦ ਨੇ ਕਰਵਾਇਆ ਸੀ, ਗੁਰੂ ਕੀ ਸੰਗਤ ਕਰਵਾਇਆ ਸੀ। ਇੱਥੋਂ ਮਹਾਰਾਜ ਕੀ ਕਰਤਾਰਪੁਰ ਸਾਹਿਬ ਤੋਂ ਸਿੱਧੇ ਬਾਬੇ ਬਕਾਲੇ ਚਲੇ ਗਏ। ਬੇਬੇ ਨਾਨਕੀ, ਮਾਤਾ ਨਾਨਕੀ, ਮਾਫ਼ ਕਰਨਾ, ਗੁਰੂ ਤੇਗ ਬਹਾਦਰ ਮਹਾਰਾਜ ਦੀ ਮਾਤਾ ਨਾਨਕੀ ਇਹ ਬਾਬੇ ਬਕਾਲੇ ਦੇ ਰਹਿਣ ਵਾਲੀ ਸੀ। ਬਾਬਾ ਬਕਾਲਾ ਮਾਤਾ ਨਾਨਕੀ ਦਾ ਪੇਕੇ ਪਰਿਵਾਰ ਸੀ। ਜਦੋਂ ਮਹਾਰਾਜ ਉੱਥੇ ਜਾ ਕੇ ਬੈਠੇ ਨੇ, ਇਹਨਾਂ ਮਨ ਸਾਧ ਸੰਗਤ ਜੀ ਵਿਰਾਗ 'ਚ ਰਹਿੰਦਾ ਸੀ। ਮਾਫ਼ ਕਰਨਾ, ਗੁਰੂ ਕੀ ਸੰਗਤ ਬਿਨ ਬਰਾਗ ਕਹਾਂ ਕੋ ਬਰਾਗੀ, ਬਿਨ ਤਿਆਗ ਕਹਾਂ ਕੋ ਤਿਆਗੀ। ਸਾਧ ਸੰਗਤ ਜੀ ਉੱਥੇ ਕਹਿੰਦੇ ਮਾਤਾ ਨਾਨਕੀ ਨੂੰ ਹੁਕਮ ਸੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਕਿ ਮਾਤਾ ਜੀ ਸਾਡੇ ਮੱਥੇ ਕਿਸੇ ਨੂੰ ਲੱਗਣ ਨਹੀਂ ਦੇਣਾ। ਸੂਰਜ ਕਿੱਧਰ ਨੂੰ ਨਿਕਲਦਾ ਅਤੇ ਕਿੱਧਰ ਨੂੰ ਛਿਪ ਜਾਂਦਾ। ਮਾਫ਼ ਕਰਨਾ, ਜਾਂ ਸਵੇਰੇ ਨਿਕਲਦੇ ਸੈਰ ਕਰਨ ਵਾਸਤੇ ਜਾਂ ਸ਼ਾਮ ਨੂੰ ਸੈਰ ਕਰਨ ਵਾਸਤੇ ਨਿਕਲਦੇ, ਪਰ ਅੱਠੋਂ ਪਹਿਰ ਨੇਤਰਾਂ ਦੇ ਵਿੱਚੋਂ ਵਿਰਾਗ ਦੇ ਹੰਝੂ ਵਗਦੇ ਰਹਿੰਦੇ ਸਨ। ਮਨ ਦੀ ਅਵਸਥਾ ਸੀ ਖਾਲਸਾ ਜੀ। ਜੇਕਰ ਜੀਵੇ ਤਾਂ ਬਉਰਾ ਹੋਵੇ, ਜੀਵੇ ਨਾ ਬਰੂਗੀ ਰਾਮ ਦਾ। ਜੀਵੇ ਤਾਂ ਬਉਰਾ, ਜੀਵੇ ਨਾ ਬਰੂਗੀ ਰਾਮ ਦਾ। ਜੀਵੇ ਤਾਂ ਬਉਰਾ, ਮਨ ਬਸੇ ਮੰਤ ਨ ਮਾਨੈ ਕੋਏ, ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬਉਰਾ ਹੋਏ। ਉਹਨਾਂ ਨੂੰ ਪੁੱਛੋ ਸਾਧ ਸੰਗਤ ਜੀ ਜਿਹੜੇ ਵਿਰਾਗ ਦੇ ਵਿੱਚ ਰਹਿੰਦੇ ਨੇ। ਮੈਨੂੰ ਯਾਦ ਹੈ ਜਦੋਂ ਸੰਤ ਬਾਬਾ ਨਾਜਰ ਸਿੰਘ, ਬਾਬਾ ਪੰਜ ਭੈਣੀਆਂ ਵਾਲੇ, ਇਹਨਾਂ ਦੇ ਇਸ਼ਟ ਗੁਰੂ, ਮਾਫ਼ ਕਰਨਾ, ਜਦੋਂ ਸੱਚਖੰਡ ਚਲੇ ਗਏ, ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲਿਆਂ ਦੀ ਸਾਧ ਸੰਗਤ ਜੀ ਬੜੀ ਛੋਟੀ ਜੀ ਉਮਰ ਸੀ। ਇਹ ਪੈਂਡਾ ਲੰਬਾ ਹੈ, ਇਹ ਰਾਹ ਲੰਬਾ। ਮਹਾਂਪੁਰਖ ਸਾਧ ਸੰਗਤ ਜੀ ਇੱਕ ਸਮੇਂ ਉਹ ਗੱਲ ਚੱਲੀ ਸੀ, ਮੈਂ ਬਾਬਾ ਜੀ ਹੋਰ ਜੋ ਮਰਜ਼ੀ ਕਰ ਲਿਓ, ਜਿਵੇਂ ਕਈ ਸੰਤ ਨੇ ਜਿਹੜੇ ਘਰ-ਬਾਰ ਬਣਾ ਕੇ ਸ਼ਾਦੀਆਂ ਕਰਵਾ ਗਏ ਨੇ, ਇਹ ਕੰਮ ਨਾ ਕਰਿਓ। ਬਾਬਾ ਜੀ ਨੇ 7 ਵਚਨ ਕਹਿ ਦਿੱਤਾ। ਸਾਧ ਸੰਗਤ ਜੀ 7 ਵਚਨ ਸਾਧੂ ਉਪਦੇਸ਼ ਕਿਵੇਂ ਇਹਨਾਂ ਨੇ ਪੈਂਡਾ ਤੈਅ ਕੀਤਾ।
ਸਾਧ ਸੰਗ ਜੀ ਜਿਸ ਤਨ ਲਾਗੇ ਸੋਈ ਜਾਣੇ ਅਵਰ ਕੀ ਜਾਣੇ ਪੀਰ ਪਰੀਆ। ਮਹਾਰਾਜ ਕਹਿੰਦੇ ਨੇ ਜਦੋਂ ਭੋਰਾ ਸਾਹਿਬ ਦੇ ਵਿੱਚ ਬੈਠੇ ਨੇ, ਉਹ ਕੱਖਾਂ ਦੀ ਬਣੀ ਛਪਰੀ ਦੇ ਵਿੱਚ ਭੋਰਾ ਸੀ। ਮਹਾਰਾਜ ਜਦੋਂ ਬੈਠੇ ਨੇ, ਗੁਰੂ ਕੀ ਸੰਗਤ, ਮਹਾਰਾਜ ਸ਼ਾਦੀशुदा ਸਨ, ਸ਼ਾਦੀ ਹੋ ਚੁੱਕੀ ਸੀ। ਹੁਕਮ ਸੀ ਆਪਣੀ ਮਾਤਾ ਨਾਨਕੀ ਨੂੰ, ਮਾਤਾ ਜੀ ਸਾਡੇ ਮੱਥੇ ਗੁਜਰੀ ਨੂੰ ਨਹੀਂ ਲੱਗਣ ਦੇਣਾ। ਸ਼ਾਇਦ ਕਈ ਵਾਰੀ ਕੀਰਤਨ ਦੀ ਗੱਲ ਚੱਲਦੀ ਹੈ, ਭਗਤੀ ਵਾਲਾ ਹੀ ਤਤੀਆਂ ਤਵੀਆਂ 'ਤੇ ਬਹਿ ਸਕਦਾ, ਭਗਤੀ ਵਾਲਾ ਹੀ ਖਾਲਸਾ ਜੀ ਦਿੱਲੀ 'ਚ ਸੀਸ ਦੇ ਸਕਦਾ, ਭਗਤੀ ਵਾਲਾ ਹੀ ਬੰਦ ਕਟਵਾ ਸਕਦਾ, ਭਗਤੀ ਵਾਲਾ ਹੀ ਗੁਰੂ ਕੀ ਸੰਗਤ ਬਿਨਾਂ ਸਿਰ ਤੋਂ ਲੜ ਸਕਦਾ, ਭਗਤੀ ਵਾਲਾ ਹੀ ਗੁਰੂ ਕੀ ਸੰਗਤ ਮਾਫ ਕਰਨਾ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਭੋਰਾ ਸਾਹਿਬ 'ਚ ਬੈਠੇ ਨੇ, ਮਾਨੋ 26 ਸਾਲ ਦੀ ਉਮਰ ਦੀ ਉਹ ਤਪੱਸਿਆ 27ਵਾਂ ਵਰ੍ਹਾ ਪੂਰਾ ਹੋਣ ਵਾਲਾ ਸੀ। ਮਾਨੋ ਉਹ ਜਿਹੜੇ 26-27 ਸਾਲ ਦੀ ਤਪੱਸਿਆ ਸੀ, ਉਹ ਦਿੱਲੀ ਵਿੱਚ ਸੀਸ ਦੇਣ ਦੀ ਤਿਆਰੀ ਹੋ ਰਹੀ ਸੀ। ਖਾਲਸਾ ਜੀ ਦਿੱਲੀ ਵਿੱਚ ਸੀਸ ਦੇਣ ਦੀ ਤਿਆਰੀ ਹੋ ਰਹੀ ਸੀ। ਮਾਫ ਕਰਨਾ ਗੁਰੂ ਕੀ ਸੰਗਤ, ਮਹਾਰਾਜ ਦਾ ਹੁਕਮ ਸੀ ਮਾਤਾ ਨਾਨਕੀ ਨੂੰ ਕਿ ਸਾਡੇ ਮੱਥੇ ਗੁਜਰੀ ਨੂੰ ਨਹੀਂ ਲੱਗਣ ਦੇਣਾ। ਪਰ ਇਤਿਹਾਸਕਾਰ ਲਿਖਦਾ, ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਤਪੱਸਿਆ ਦੀ ਹੱਦ ਨਹੀਂ, ਪਰ ਮਾਤਾ ਗੁਜਰੀ ਦੇ ਸਬਰ ਤੇ ਸੰਤੋਖ ਦੀ ਹੱਦ ਨਹੀਂ। ਕਿਸੇ ਦੀ ਧੀ ਭੈਣ ਵਿਆਹੀ ਹੋਵੇ ਜਾਂ ਬਹੂ ਰਾਣੀ ਆਈ ਹੋਵੇ, 5-10 ਸਾਲ 15 ਸਾਲ ਕੋਈ ਬੱਚਾ ਬੱਚੀ ਨਾ ਹੋਵੇ, ਖਬਰੇ ਜੀ ਇਹਦੇ ਕੋਈ ਬੱਚਾ ਹੋਣਾ ਜੀ ਜਾਂ ਨਹੀਂ ਹੋਣਾ। ਮਾਫ ਕਰਨਾ ਖਾਲਸਾ ਜੀ, ਲੋਕ ਆਨਾਕਾਨੀ ਕਰ ਲੱਗ ਜਾਂਦੇ, ਗਿਣਤੀ ਮਿਣਤੀ ਕਰਨ ਲੱਗ ਜਾਂਦੇ ਨੇ। ਪਰ ਖਾਲਸਾ ਜੀ 26 ਸਾਲ ਪੂਰੇ ਹੋ ਚੁੱਕੇ ਸਨ, 27ਵਾਂ ਸਾਲ ਲੱਗਣ ਵਾਲਾ ਸੀ। ਪਰ ਕਹਿੰਦੇ ਉੱਥੇ ਮਾਤਾ ਗੁਜਰੀ ਦਾ ਹੀ, ਮਾਤਾ ਨਾਨਕੀ ਜੀ ਦਾ ਹੀ ਮਾਫ ਕਰਨਾ ਸੰਕਲਪ ਬਣਿਆ ਸੀ, ਫੁਰਨਾ ਬਣਿਆ ਸੀ। ਭਾਗ ਜੀ ਤੁਹਾਡੇ ਸ਼ਾਦੀ ਹੋਇਆਂ ਨੂੰ 27 ਸਾਲ ਹੋ ਗਏ ਨੇ, ਮੇਰਾ ਪੁੱਤਰ ਇਹਦਾ ਮੂੰਹ ਦੇਖਣ ਨੂੰ ਦਿਲ ਕਰਦਾ। ਪਰ ਉੱਥੇ ਫਿਰ ਮਰਦ ਅਗੰਮੜਾ ਹੀ ਆਉਣਾ ਸੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਉਸ ਮਾਤਾ ਗੁਜਰੀ ਦੀ ਕੁੱਖ 'ਚੋਂ ਮਰਦ ਅਗੰਮੜੇ ਨੇ ਨਹੀਂ ਆਉਣਾ ਸੀ। ਵਾਹ ਪ੍ਰਗਟੋ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਖਾਲਸਾ ਜੀ ਮਹਾਰਾਜ ਪ੍ਰਗਟ ਨਹੀਂ ਸੀ ਹੋਣਾ ਚਾਹੁੰਦਾ। ਇੱਕ ਅਮੀਰਾਂ ਦੀ ਦੁਨੀਆ 'ਚ ਸੌਦਾਗਰ ਮੱਖਣ ਸ਼ਾਹ ਨਾਂ ਕਰਕੇ ਜਿਹਦਾ ਦੱਸਿਆ, ਜਿਹਦਾ ਉਸ ਜ਼ਮਾਨੇ 'ਚ 500 ਸਮੁੰਦਰੀ ਜਹਾਜ਼ ਚੱਲਦਾ ਸੀ। ਗੁਰੂ ਕੀ ਸੰਗਤ 500 ਸ਼ਸਤਰ ਧਾਰੀ ਨੌਕਰ ਤੇ ਹਰ ਸਮੇਂ ਤਿਆਰ ਉਹਦੀ ਸੇਵਾ 'ਚ ਹਾਜ਼ਰ ਰਹਿੰਦਾ ਸੀ। ਅਮੀਰਾਂ ਦੀ ਦੁਨੀਆ 'ਚ ਸਭ ਤੋਂ ਵੱਡਾ ਅਮੀਰ ਉਸ ਜ਼ਮਾਨੇ 'ਚ ਮੱਖਣ ਸ਼ਾਹ ਜੀ ਦਾ 500 ਸਮੁੰਦਰੀ ਜਹਾਜ਼ ਚੱਲਦਾ ਸੀ। ਵਕਤ ਆਉਣਾ ਸੀ, ਖਾਲਸਾ ਜੀ ਸਮਾਂ ਪ੍ਰਗਟ ਹੋਣ ਦਾ ਆ ਗਿਆ ਸੀ। ਰੋਜ਼ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ। 8 ਪੈਰ ਜਨ ਹਰ ਹਰ ਜਪੇ, ਸਾਰੇ ਪੜੋ 8 ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟੇ ਨਹੀਂ ਛਪੈ। ਤੁਸੀਂ ਹੇਮਕੁੰਡ ਗਏ ਹੋਣੇ ਹੋ, ਪਹਾੜਾਂ ਦੇ ਪੱਥਰਾਂ ਨੂੰ ਚੀਰ ਕੇ ਬੀਜ ਉਗ ਪੈਂਦੇ ਨੇ, ਦਰਖਤ ਖੜੇ ਨੇ ਪੱਥਰਾਂ ਨੂੰ ਚੀਰ ਕੇ। ਜਿਸ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਇੱਕ ਦਿਨ ਉਹ ਬੰਦਾ ਦੁਨੀਆ ਦੇ ਵਿੱਚ ਪ੍ਰਗਟ ਹੋ ਜਾਏਗਾ। ਖਾਲਸਾ ਜੀ ਮਾਫ ਕਰਨਾ, ਜੇ ਵਿਚਾਰ ਕਰਕੇ ਦੇਖੀਏ, ਉਹ ਮਹਾਰਾਜ ਦੇ ਪ੍ਰਗਟ ਹੋਣ ਦਾ ਸਮਾਂ ਆ ਗਿਆ ਸੀ। ਪਰ ਇੱਧਰ ਮੱਖਣ ਸ਼ਾਹ ਦਾ ਵਪਾਰ ਕਰਕੇ ਆ ਰਿਹਾ, ਸੰਗਲਾ ਦੀਪ ਦਾ ਟਾਪੂ, ਇਹਦਾ ਜਹਾਜ਼ ਕਹਿੰਦੇ ਨੇ ਡੋਲੇ ਖਾ ਗਿਆ। ਬਿਪਤਾ ਸਮੇਂ ਬੰਦਾ ਬੜੇ ਹੱਥ ਪੈਰ ਮਾਰਦਾ, ਬੜੀਆਂ ਅਰਦਾਸਾਂ ਕਰਦਾ, ਬੜੀਆਂ ਸੁਖਣਾ ਸੁਖਦਾ। ਗੁਰੂ ਕੀ ਸੰਗਤ ਮੱਖਣ ਸ਼ਾਹ ਨੇ ਬੜੇ ਪੀਰਾਂ ਪੈਗੰਬਰਾਂ ਦੀ ਪੂਜਾ 'ਚ ਵਿਸ਼ਵਾਸ ਰੱਖਦਾ ਸੀ। ਸਾਧ ਸੰਗਤ ਜਦੋਂ ਜਹਾਜ਼ ਬਰੇਤੀ 'ਚ ਧੱਸਦਾ ਗਿਆ, ਨਾਲ ਦੇ ਸਾਥੀਆਂ ਨੂੰ ਕਹਿੰਦਾ ਕੋਈ ਗੁਰੂ ਪੀਰ ਹੋਰ ਵੀ ਹੈ। ਉਹਨਾਂ ਆਖਿਆ, ਸ਼ਾਹ ਜੀ ਸੁਣਿਆ ਗੁਰੂ ਨਾਨਕ ਦੀ ਗੁਰਤਾ ਗੁਰਗੱਦੀ 'ਤੇ 8ਵੀਂ ਜੋਤ ਗੁਰੂ ਹਰਿਕ੍ਰਿਸ਼ਨ ਮਹਾਰਾਜ ਬਿਰਾਜਮਾਨ ਸਨ। ਆਪ ਤਾਂ ਨਿਰੰਕਾਰ ਦੇ ਦੇਸ਼ ਨੂੰ ਚਲੇ ਗਏ ਨੇ, ਪਰ ਜਾਂਦੇ ਬਚਨ ਕਰ ਗਏ ਨੇ, ਬਾਬਾ ਬੱਸੇ ਵਿੱਚ ਬਕਾਲੇ
ਬਾਬਾ ਬੱਸੇ ਵਿੱਚ ਬਕਾਲੇ, ਆਪਣੀ ਸੰਗਤ ਆਪ ਸੰਭਾਲੇ, ਆਪਣੀ ਸੰਗਤ ਆਪ ਸੰਭਾਲੇ। ਮਾਫ ਕਰਨਾ ਆਖਿਆ ਸ਼ਾਹ ਜੀ ਮਹਾਰਾਜ 8ਵੇਂ ਪਾਤਸ਼ਾਹ ਇਸ਼ਾਰਾ ਕਰ ਗਿਆ ਨੇ ਕਿ ਬਾਬਾ ਬਕਾਲੇ ਦੇ ਵਿੱਚ ਹੈ। ਉਸ ਮੌਕੇ ਮੱਖਣ ਸ਼ਾਹ ਨੇ ਆਖਿਆ ਪ੍ਰੇਮੀਓ ਜਿਹੜਾ ਬਾਬਾ ਬਕਾਲੇ 'ਚ ਹੈ, ਮਾਫ ਕਰਨਾ ਉਹਦਾ ਨਾਮ, ਉਹਦਾ ਮਾਫ ਕਰਨਾ ਘਰ ਦਾ ਐਡਰੈਸ, ਉਹ ਕਿੱਥੇ ਰਹਿੰਦਾ। ਆਖਿਆ ਜੀ ਨਾਮ ਦਾ ਪਤਾ ਨਹੀਂ, ਹੋਰ ਕਿਸੇ ਗੱਲ ਦਾ ਪਤਾ ਨਹੀਂ, ਇਹਨਾਂ ਜ਼ਰੂਰ ਪਤਾ ਕਿ 8ਵੇਂ ਪਾਤਸ਼ਾਹ ਬਚਨ ਕਰ ਗਏ ਨੇ ਬਾਬਾ ਬੱਸੇ ਵਿੱਚ ਬਕਾਲੇ। ਸਾਧ ਸੰਗਤ ਜੀ ਬਿਨਾਂ ਫੋਨ ਤੋਂ ਭਾਵੇਂ ਲੱਖ ਵਾਰੀ ਡਾਇਲ ਘੁਮਾਈ ਜਾਈਏ ਕਾਲ ਨਹੀਂ ਮਿਲਦੀ, ਬਿਨਾਂ ਐਡਰੈਸ ਤੋਂ ਚਿੱਠੀ ਨਹੀਂ ਕਿਤੇ ਪਹੁੰਚਦੀ। ਇਹ ਗੁਰੂ ਨਾਨਕ ਦਾ ਘਰ ਹੈ ਜਿੱਥੇ ਖਾਲਸਾ ਜੀ ਬਿਨਾਂ ਐਡਰੈਸ ਤੋਂ ਮਾਫ ਕਰਨਾ, ਜਿੱਥੇ ਸਿੱਖ ਨੇ ਗੁਰੂ ਨੂੰ ਵੇਖਿਆ ਨਹੀਂ, ਜਿੱਥੇ ਸਿੱਖ ਗੁਰੂ ਨੂੰ ਜਾਣਦਾ ਨਹੀਂ, ਜਿੱਥੇ ਸਿੱਖ ਨੇ ਗੁਰੂ ਦੇ ਦਰਸ਼ਨ ਨਹੀਂ ਕੀਤੇ, ਪਰ ਜਿੱਥੇ ਸਿੱਖ ਦੀ ਅਰਦਾਸ ਗੁਰੂ ਚਰਨਾਂ ਦੇ ਵਿੱਚ ਪਹੁੰਚਦੀ ਹੈ। ਖਾਲਸਾ ਜੀ ਮੱਖਣ ਸ਼ਾਹ ਨੇ ਗਲ 'ਚ ਪੱਲੂ ਪਾ ਕੇ ਅਰਦਾਸ ਕੀਤੀ। ਕਿਤੇ ਛੋਟੇ ਹੁੰਦੇ ਪੜਿਆ ਕਰਦੇ ਸਾਂ, ਸਮਾਂ ਥੋੜ੍ਹਾ ਲਾਉਣਾ ਕਿਉਂਕਿ ਅੱਜ ਕੱਲ੍ਹ ਲੋਕਡਾਊਨ ਚੱਲ ਰਿਹਾ। ਬੇੜਾ ਮੱਖਣ ਸ਼ਾਹ ਦਾ ਜਦ ਗਿਆ ਸੀ ਡੋਲੇ ਖਾ, ਜੂ ਬੇੜਾ ਡੋਲਦਾ ਉਹਦਾ ਚਿੱਤ ਗਿਆ ਘਬਰਾ। ਮਾਫ ਕਰਨਾ ਗੁਰੂ ਕੀ ਸੰਗਤ, ਉਹਨੇ ਗਲ ਵਿੱਚ ਪੱਲੂ ਪਾ ਕੇ ਗੁਰੂ ਨੌਵਾਂ ਲਿਆ ਤਿਆਰ, ਕਹਿੰਦਾ ਮੈਂ 500 ਮੋਹਰਾਂ ਚੜਾਵਾਂਗਾ, ਮੇਰਾ ਬੇੜਾ ਕੰਢੇ ਲਾ। ਅਰਦਾਸ ਕੀਤੀ ਸਾਧ ਸੰਗਤ ਜੀ, ਮਾਫ ਕਰਨਾ ਖਾਲਸਾ ਜੀ, ਅਰਦਾਸ ਮਨਜ਼ੂਰ ਹੋ ਗਈ। ਬਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ। ਅਤੇ ਇੱਥੋਂ ਮੱਖਣ ਸ਼ਾਹ ਦਾ ਬੇੜਾ ਬੰਨੇ ਲੱਗਿਆ, ਉਹਦੇ ਮਨ 'ਚ ਚਾਹ ਚੜਿਆ। ਮਾਫ ਕਰਨਾ ਅਸੀਂ ਤਾਂ ਕਈ ਸੁਖਣਾ ਸੋਕੇ ਭੁੱਲ ਜਾਂਦੇ ਹਾਂ। ਮਾਫ ਕਰਨਾ ਗੁਰੂ ਕੀ ਸੰਗਤ, ਮੱਖਣ ਸ਼ਾਹ ਆਪਣੇ ਸਾਥੀਆਂ ਨਾਲ ਲੈ ਕੇ ਕਹਿੰਦਾ ਪਹਿਲਾਂ ਉਸ ਗੁਰੂ ਦੇ ਦਰਸ਼ਨ ਕਰੀਏ ਜਿਹਨੇ ਮੇਰਾ ਡੁੱਬਦਾ ਬੇੜਾ ਬੰਨੇ ਲਾਇਆ। ਸਾਧ ਸੰਗਤ ਜੀ ਕਹਿੰਦੇ ਨੇ ਪੁੱਛਦੇ ਪੁੱਛਦੇ ਬਾਬੇ ਬਕਾਲੇ ਦੀ ਧਰਤੀ 'ਤੇ ਪੁੱਜਾ। ਅੱਜ ਕੱਲ੍ਹ ਤਾਂ ਬਾਬਾ ਬਕਾਲਾ ਤਹਿਸੀਲ ਬਣ ਗਈ ਹੈ, ਉਦੋਂ ਬਾਬਾ ਬਕਾਲਾ ਇੱਕ ਛੋਟਾ ਜਿਹਾ ਪਿੰਡ ਹੁੰਦਾ ਸੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਇੱਕ ਛੋਟਾ ਜਿਹਾ ਪਿੰਡ ਹੁੰਦਾ ਸੀ। ਮੱਖਣ ਸ਼ਾਹ ਕਹਿੰਦੇ ਨੇ ਪੁੱਛਦੇ ਪੁੱਛਦੇ ਪੰਜਾਬ ਪੁੱਜਿਆ। ਪੰਜਾਬ ਤੋਂ ਪੁੱਛਿਆ, ਪੁੱਛਦੇ ਪੁੱਛਦੇ ਖਾਲਸਾ ਜੀ ਅੰਮ੍ਰਿਤਸਰ ਦੇ ਇਲਾਕੇ 'ਚ ਪੁੱਜਾ ਵੀ ਇੱਥੇ ਕੋਈ ਬਕਾਲਾ ਪਿੰਡ ਹੈਗਾ, ਬਕਾਲਾ ਪਿੰਡ ਹੈਗਾ। ਮਾਫ ਕਰਨਾ ਖੈਰ ਪੁੱਛਦੇ ਪੁੱਛਦੇ ਬਾਬੇ ਬਕਾਲੇ ਦੀ ਧਰਤੀ 'ਤੇ ਪੁੱਜਾ। ਜਦੋਂ ਗੁਰੂ ਹਰਕ੍ਰਿਸ਼ਨ ਮਹਾਰਾਜ ਬਚਨ ਕਰ ਗਏ ਸਨ ਕਿ ਬਾਬਾ ਬੱਸੇ ਵਿੱਚ ਬਕਾਲੇ, ਇਹ ਜਿੰਨੇ ਸੋਢੀ ਸਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਖਾਨਦਾਨ ਦੇ ਸ਼ਰੀਕ ਸਨ ਗੁਰੂ ਸਾਹਿਬ ਦੇ, ਉਹ ਸਾਰੇ ਜਾ ਕੇ ਨਾ ਬਾਬੇ ਬਕਾਲੇ ਤੁਰ ਕੇ ਵੀ ਕੋਈ ਕਹਿੰਦਾ ਸਾਡੇ ਵੱਲ ਇਸ਼ਾਰਾ ਕੀਤਾ ਜੀ, ਕੋਈ ਕਹਿੰਦਾ ਸਾਡੇ ਵੱਲ ਇਸ਼ਾਰਾ ਕੀਤਾ ਜੀ। ਉਹ ਸਾਰੇ ਗੱਦੀਆਂ ਲਾ ਕੇ ਬਹਿ ਗਏ। ਮਾਫ ਕਰਨਾ ਅਤੇ ਇੱਧਰ ਮੱਖਣ ਸ਼ਾਹ ਜਦੋਂ ਸਾਧ ਸੰਗਤ ਜੀ ਕਹਿੰਦੇ ਨੇ ਕਿ ਬਕਾਲੇ ਪੁੱਜਿਆ, ਉੱਥੇ ਇਹਨਾਂ ਗੁਰੂਆਂ ਦੇ ਏਜੰਟ ਬਕਾਲੇ ਤੋਂ ਬਾਹਰ ਖੜ੍ਹੇ ਕੀਤੇ ਸਨ। ਉਹਨੇ ਜਾ ਕੇ ਪੁੱਛਿਆ ਕਿ ਇੱਥੇ ਕੋਈ ਗੁਰੂ ਹੈਗਾ। ਇੱਕ ਸਿਆਣੇ ਪੁਰਸ਼ ਨੇ ਆਖਿਆ ਸ਼ਾਹ ਜੀ ਇੱਥੇ ਗੁਰੂਆਂ ਦਾ ਘੱਟ ਹੈ, ਇੱਥੇ ਤੇ ਜਿੰਨੀਆਂ ਪੱਤੀਆਂ ਓਨੇ ਹੀ ਗੁਰੂ, ਜਿੰਨੀਆਂ ਪੱਤੀਆਂ ਓਨੇ ਹੀ ਗੁਰੂ। ਕਹਿਣ ਲੱਗੇ ਬਈ ਮਾਫ ਕਰਨ ਮੱਖਣ ਸ਼ਾਹ ਕਹਿੰਦਾ ਮੈਂ ਅਸਲੀ ਗੁਰੂ ਨੂੰ ਮਿਲਣਾ। ਉਹ ਕਹਿੰਦੇ ਅਸਲੀ ਕਿਹੜਾ ਅਤੇ ਨਕਲੀ ਕਿਹੜਾ ਇਹ ਤਾਂ ਸਾਨੂੰ ਪਤਾ ਕੋਈ ਨਹੀਂ, ਪਰ ਇੱਥੇ ਮਾਫ ਕਰਨਾ ਬੜੇ ਗੁਰੂ ਨੇ। ਆਖਿਆ ਜਾ ਉਹਨਾਂ ਗੁਰੂਆਂ ਨੂੰ ਕਹਿ ਦਿਓ ਕਿ ਕੋਈ ਸੇਠ ਸ਼ਾਹੂਕਾਰ ਆਪਣੀ ਸੁਖਣਾ ਲਾਉਣ ਵਾਸਤੇ ਆਇਆ, ਉਤਾਰਨ ਵਾਸਤੇ ਆਇਆ। ਮਾਫ ਕਰਨਾ ਜਦੋਂ ਉਹਨੇ ਆਵਾਜ਼ ਦਿੱਤੀ ਉਹਨਾਂ ਗੁਰੂਆਂ ਨੂੰ ਕਿ ਕੋਈ ਇੱਥੇ ਸ਼ਾਹੂਕਾਰ ਸੇਠ ਸੁਖਣਾ ਉਤਾਰਨ ਵਾਸਤੇ ਆਇਆ, ਉਹਨਾਂ ਮਾਫ ਕਰਨਾ ਉਹਨਾਂ ਦੇ ਚੇਲੇ ਚਪੜੇ ਸਾਰੇ ਅੱਗੇ ਵਧੇ। ਉੱਥੇ 22 ਗੁਰੂ ਆਣ ਬੈਠੇ, ਉੱਥੇ 22 ਗੁਰੂ ਆਣ ਬੈਠੇ ਚਿੱਟੇ ਖੇਤ ਵਿਛਾ। ਮਾਫ ਕਰਨਾ ਇਹਨਾਂ ਗੁਰੂਆਂ ਨੂੰ ਵੇਖ ਕੇ ਮੱਖਣ ਸ਼ਾਹ ਗਿਆ ਭਰਮਾ, ਕਹਿਣ ਲੱਗਾ ਵੀ ਇਹ ਕੀ ਗੱਲ ਹੈ। ਇਹ ਮਾਫ ਕਰਨਾ 22 ਗੁਰੂ, ਬੇੜਾ ਤਾਂ ਮੇਰਾ ਇੱਕ ਨੇ ਬੰਨੇ ਲਾਇਆ। ਅਤੇ ਉਹ ਭਰਮਾ ਗਿਆ, ਬੁਖਲਾ ਗਿਆ ਵੀ ਇੱਥੇ ਪਤਾ ਕੀ ਕਿਵੇਂ ਲੱਗੇ ਕਿ ਅਸਲੀ ਗੁਰੂ ਕਿਹੜਾ ਅਤੇ ਨਕਲੀ ਕਿਹੜਾ। ਉਹਨੇ ਸੋਚਿਆ ਚਲੋ ਕੋਈ ਗੱਲ ਨਹੀਂ ਇਹਨੂੰ ਅਜਮਾ ਕੇ ਵੇਖ ਲਈਏ। 5-5 ਸੋਨੇ ਦੀਆਂ ਮੋਹਰਾਂ ਕੱਢ ਇੱਕ ਖੁਰਜੀ 'ਚੋਂ ਇਕੱਲੇ ਇਕੱਲੇ ਗੁਰੂ ਦੇ ਅੱਗੇ ਰੱਖੀਆਂ। ਕੋਈ ਕਹਿੰਦਾ ਤੇਰਾ ਕੰਮ ਦਿਨ ਦੁੱਗਣਾ ਹੋਵੇ, ਕੋਈ ਕਹਿੰਦਾ ਕੰਮ ਚੌਗਣਾ ਹੋਵੇ, ਕੋਈ ਕਹਿੰਦਾ ਤੇਰੀ ਚੜ੍ਹਦੀ ਕਲਾ ਹੋਵੇ, ਕੋਈ ਕਹਿੰਦਾ ਕੋਈ ਤੇਰੀ ਹੋਰ ਚੜ੍ਹਦੀ ਕਲਾ ਹੋਵੇ। ਪਰ ਮਾਫ ਕਰਨਾ
ਸਾਸੰਗ ਮੱਖਣ ਸ਼ਾਹ ਦੇ ਮਨ ਦਾ ਸ਼ੰਕਾ ਦੂਰ ਨਾ ਹੋਇਆ। ਖੈਰ ਬਾਬੇ ਬਕਾਲੇ ਦੀ ਧਰਤੀ ਤੋਂ ਬਾਹਰ ਪੁੱਜਾ। ਛੋਟੇ ਛੋਟੇ ਪਿੰਡਾਂ ਦੇ ਵਾਗੀ, ਛੋਟੇ ਛੋਟੇ ਪਿੰਡਾਂ ਦੇ ਪਾਲੀ, ਜਿੱਥੇ ਸਾਧ ਸੰਗਤ ਜੀ ਪਸ਼ੂ ਚਾਰਦੇ ਸਨ ਪਏ, ਡੰਗਰ ਚਰਾਉਂਦੇ ਸਨ ਪਏ। ਮੱਖਣ ਸ਼ਾਹ ਉਹਨਾਂ ਬੱਚਿਆਂ ਕੋਲ ਪੁੱਜਿਆ, ਆਖਿਆ ਮਾफ़ ਕਰਨਾ ਬੱਚਿਓ, ਇੱਥੇ ਕੋਈ ਹੋਰ ਗੁਰੂ ਵੀ ਹੈ? ਉਹਨਾਂ ਬੱਚਿਆਂ ਨੇ ਆਖਿਆ ਸ਼ਾਹ ਜੀ ਤੁਹਾਨੂੰ ਕੋਈ ਗੁਰੂ ਨਹੀਂ ਮਿਲਿਆ, ਇਹਦੇ ਸਾਰਾ ਸ਼ਹਿਰ ਨਗਰੀ ਗੁਰੂਆਂ ਦਾ। ਮੁੱਕਦੀ ਗੱਲ ਕੀ ਸਾਧ ਸੰਗਤ ਜੀ, ਇਹਦੇ ਸਾਰਾ ਨਗਰੀ ਗੁਰੂਆਂ ਦਾ। ਉਸ ਮੌਕੇ ਗੁਰੂ ਕੀ ਸੰਗਤ ਮੱਖਣ ਸ਼ਾਹ ਨੇ ਆਖਿਆ ਮੈਨੂੰ ਗੁਰੂ ਤੇ ਬੜੇ ਮਿਲੇ ਨੇ, ਮੈਨੂੰ ਅਸਲੀ ਗੁਰੂ ਚਾਹੀਦਾ, ਅਸਲੀ ਗੁਰੂ ਚਾਹੀਦਾ। ਗੁਰੂ ਤਾਂ ਹੋਰ ਹੀ ਬੜੇ ਮਿਲੇ ਨੇ। ਉਹਨੇ ਕਿਹਾ ਅਸਲੀ ਤੇ ਨਕਲੀ ਦਾ ਸਾਨੂੰ ਕੋਈ ਨਹੀਂ ਪਤਾ, ਪਰ ਗੁਰੂ ਇੱਥੇ ਇਹ ਸ਼ਹਿਰ ਇਹ ਨਗਰੀ ਗੁਰੂਆਂ ਦਾ। ਉਹਨਾਂ 'ਚ ਇੱਕ ਸਿਆਣਾ ਬੱਚਾ ਬੋਲਿਆ ਅੱਗੇ ਵੱਧ ਕੇ, ਆਖਿਆ ਸ਼ਾਹ ਜੀ, ਸ਼ਾਹ ਜੀ ਇੱਥੇ ਹੋਰ ਤਾਂ ਗੁਰੂ ਕੋਈ ਗੁਰੂ ਨਹੀਂ। ਉਹ ਸਾਹਮਣੇ ਕੱਖਾਂ ਦੀ ਕੁਟੀਆ, ਸਾਡੇ ਬਜ਼ੁਰਗ ਦੱਸਦੇ ਨੇ ਉੱਥੇ ਇੱਕ ਤੇਗਾ ਕਮਲਾ ਵਸਦਾ, ਉੱਥੇ ਇੱਕ ਤੇਗਾ ਕਮਲਾ ਰਹਿੰਦਾ। ਮਾफ़ ਕਰਨਾ 27 ਸਾਲ ਉਹਨੂੰ ਹੋ ਗਏ ਨੇ ਬੈਠੇ ਨੂੰ। ਅਸੀਂ ਮਾफ़ ਕਰਨਾ ਉਹਨੂੰ ਕਦੇ ਹੱਸਦੇ ਨਹੀਂ ਵੇਖਿਆ। ਉਹਦੀਆਂ ਅੱਖਾਂ ਦੇ ਵਿੱਚ ਹੰਝੂ ਵਗਦੇ ਰਹਿੰਦੇ ਨੇ। ਅੱਧਾ ਅੱਧਾ ਪੜ੍ਹ ਲਓ ਭਾਈ ਖਾਲਸਾ ਜੀ। ਉਹ ਤਾਂ ਭੇਦ ਨਾ ਕਿਸੇ ਨੂੰ ਦੱਸਦੇ, ਸਬਰ ਅੰਦਰ ਸਬਰੀ ਤਾਨੇ ਮੈਲ ਜਲੇਨ ਹੋਣ ਜੀ ਖੁਦਾ ਦੇ ਭੇਦ ਨਾ ਕਿਸੇ ਦਿਨ। ਆਖਿਆ ਸ਼ਾਹ ਜੀ ਉੱਥੇ ਇੱਕ ਤੇਗਾ ਕਮਲਾ ਰਹਿੰਦਾ। ਮੱਖਣ ਸ਼ਾਹ ਦੀ ਆਤਮਾ ਜਾਗਣ ਦੀ ਕੋਸ਼ਿਸ਼ ਕਰ ਰਹੀ ਸੀ। ਮੱਖਣ ਸ਼ਾਹ ਨੇ ਸੋਚਿਆ ਜਿਸ ਉਹਦੀ ਆਤਮਾ ਕਹਿ ਰਹੀ ਹੈ, ਮੱਖਣ ਸ਼ਾਹ ਜਿਸ ਗੁਰੂ ਦੀ ਭਾਲ ਵਾਸਤੇ ਤੂੰ ਨਿਕਲਿਆ, ਤਲਾਸ਼ ਵਾਸਤੇ ਤੂੰ ਨਿਕਲਿਆ, ਖੋਜ ਵਾਸਤੇ ਤੂੰ ਨਿਕਲਿਆ, ਉਹ ਗੁਰੂ ਸੱਚਮੁੱਚ ਇਸ ਕੱਖਾਂ ਦੀ ਕੁਟੀਆ 'ਚ ਹੋਣਾ। ਉੱਥੇ ਪੁੱਜਦਾ ਮਾਤਾ ਨਾਨਕੀ ਬੂਹੇ ਅੱਗੇ ਬੈਠੇ ਸਨ, ਦਰਵਾਜ਼ੇ ਅੱਗੇ ਬੈਠੇ ਸਨ। ਮੱਖਣ ਸ਼ਾਹ ਨੇ ਨਮਸਕਾਰ ਕੀਤੀ। ਆਖਿਆ ਮਾਤਾ ਜੀ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ। ਆਖਿਆ ਠਹਿਰੋ ਸੇਠ ਜੀ, ਮੈਂ ਦੇਖਾਂ ਕਿਤੇ ਸਮਾਧੀ 'ਚ ਤਾਂ ਨਹੀਂ ਬੈਠੇ। ਮਾफ़ ਕਰਨਾ ਜੇ ਸਮਾਧੀ 'ਚ ਬੈਠੇ ਹੋਣ ਤਾਂ ਮਾफ़ ਕਰਨਾ ਕੋਈ ਸਮਾਂ ਇੰਤਜ਼ਾਰ ਕਰਨੀ ਪਵੇਗੀ। ਅੱਗੇ ਮਾਤਾ ਜੀ ਨੇ ਕਿਹਾ ਕਿ ਤੁਸੀਂ ਇੱਥੇ ਥੋੜ੍ਹੀ ਇੰਤਜ਼ਾਰ ਕਰੋ। ਮਾਤਾ ਜੀ ਭੋਰੇ 'ਚ ਗਏ, ਮਾਤਾ ਨਾਨਕੀ ਜੀ, ਅਤੇ ਅੱਗੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਮਾफ़ ਕਰਨਾ ਗੱਲ ਦਾ ਚੋਗਾ ਉਤਾਰ ਕੇ, ਕਈ ਵਾਰੀ ਸੱਟ ਲੱਗ ਜਾਂਦੀ ਪਿੱਠ 'ਤੇ, ਅਤੇ ਆਪਾਂ ਕਮੀਜ਼ ਵਗੈਰਾ ਪਾਈਏ, ਕਮੀਜ਼ ਅੜਦਾ ਚੁਭਦਾ, ਆਪਾਂ ਕਮੀਜ਼ ਉਤਾਰ ਕੇ ਇੱਕ ਪਾਸੇ ਰੱਖ ਦਿੰਦੇ ਹਾਂ। ਅਤੇ ਉਸ ਮੌਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਾਤਾ ਜੀ ਨੇ ਦੇਖਿਆ ਕਿ ਉਹ ਚੋਗਾ ਗਲੇ ਦਾ ਉਤਾਰ ਕੇ ਇੱਕ ਪਾਸੇ ਰੱਖ ਕੇ ਬੈਠੇ ਨੇ ਗੁਰੂ ਤੇਗ ਬਹਾਦਰ ਮਹਾਰਾਜ। ਮਾਤਾ ਨੇ ਆਖਿਆ ਭਾਗ ਜੀ ਤੁਹਾਡੇ ਦਰਸ਼ਨ ਕਰਨ ਵਾਸਤੇ ਕੋਈ ਸ਼ੌਹਕਾਰ ਆਇਆ। ਉਸ ਮੌਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ, ਮਾफ़ ਕਰਨਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਮਾਤਾ ਕਾਹਨੂੰ ਰੋਕਣਾ ਸੀ, ਉਹਦੀ ਇੰਤਜ਼ਾਰ 'ਚ ਤਾਂ ਮੈਂ ਬੈਠਾ ਹਾਂ, ਉਹਦੀ ਇੰਤਜ਼ਾਰ ਵਿੱਚ ਤਾਂ ਮੈਂ ਬੈਠਾ ਹਾਂ, ਤੁਸੀਂ ਕਾਹਨੂੰ ਰੋਕਣਾ ਸੀ, ਉਹਨੂੰ ਆਉਣ ਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜੈ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਿਹੜਾ ਸਿੱਖ ਗੁਰੂ ਵੱਲ ਇੱਕ ਕਦਮ ਪੱਟ ਕੇ ਜਾਂਦਾ, ਗੁਰੂ ਅੱਗੋਂ ਕਰੋੜਾਂ ਕਦਮ ਪੱਟ ਕੇ ਸਿੱਖ ਨੂੰ ਲੈਣ ਵਾਸਤੇ ਆਉਂਦਾ। ਕਹਿੰਦੇ ਨੇ ਮੱਖਣ ਸ਼ਾਹ ਨੂੰ ਮਾਤਾ ਨਾਨਕੀ ਨੇ ਆਖਿਆ ਜਾਓ ਸੇਠ ਜੀ ਬਖਸ਼ਿਸ਼ ਦੇ ਦਰਵਾਜ਼ੇ ਖੁੱਲ੍ਹ ਗਏ ਨੇ, ਜਾਓ ਦਰਸ਼ਨ ਕਰ ਲਓ। ਮੱਖਣ ਸ਼ਾਹ ਯਾਦ ਸਾਧ ਸੰਗਤ ਜੀ ਗਿਆ ਭੋਰੇ ਦੇ ਅੰਦਰ, ਅਤੇ ਸਾਧ ਸੰਗਤ ਹਜ਼ੂਰ ਦੇ ਚਿਹਰੇ ਦਾ ਮਾफ़ ਕਰਨਾ ਨੂਰ ਦੇਖ ਕੇ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਿੜ ਭਾਗਾ, ਮੈਲਾ ਕਦੇ ਨਾ ਹੋਈ ਨਾ ਲਾਗੇ ਦਾਗਾ। ਸਾਧ ਸੰਗਤ ਜੀ ਮੱਖਣ ਸ਼ਾਹ ਨੂੰ ਤਸੱਲੀ ਤਾਂ ਹੋ ਗਈ ਅਸਲੀ ਗੁਰੂ ਇਹੋ ਹੀ ਹੈ, ਪਰ ਮਨ ਸ਼ੰਕਾ ਪੈਦਾ ਹੋ ਗਿਆ ਪਹਿਲੇ ਗੁਰੂਆਂ ਦੀ ਤਰ੍ਹਾਂ ਇਸ ਗੁਰੂ ਦਾ ਰੰਗ ਕਿਤੇ ਰੋਟੀਆਂ ਖਾ ਕੇ ਲਾਲ ਤੇ ਨਹੀਂ ਹੋਇਆ। ਮੱਖਣ ਸ਼ਾਹ ਨੇ ਪਰਖਣ ਵਾਸਤੇ 5 ਸੋਨੇ ਦੀਆਂ ਮੋਹਰਾਂ ਰੱਖ ਕੇ ਮੱਥਾ ਟੇਕਿਆ। ਗੁਰੂ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਸ਼ਾਹ ਜੀ ਕੀ ਕੀਤਾ, ਮਾफ़ ਕਰਨਾ ਤੂੰ 500 ਸੋਨੇ ਦੀ ਮੋਹਰ ਚੜ੍ਹਾ ਕੇ
माफ़ करना गुरु की 500 सोने की मोहर सुख के आ 5 लगा चढ़ाउण। माफ़ करना ते मेरे तेरे खुबे किल जहाज दे, तेरे खुबे किल जहाज दे गुरा दिती पिठ भुआ मार अपनी पिठ भुआ के आख्या देख आ तेरे जहाज दे जिहड़े किल चुभे ने मेरी पिठ दे विच अज ये जख्म भी आले ने। माफ़ करना पूरे राजी नहीं होए। कहते शाह जी गुरु घर दे विच माया की तो कोई कमी नहीं, पर माफ़ करना अपने बचना दे पूरा रहीदा। आख्या शाह जी पर आ काम तुसी कुछ ठीक नहीं किया। माफ़ करना सुख के 500 चढ़ावे 5 मोहरा देख साडा मोढा छिलिया। सुख के चढ़ावे 5 देख साडा मोढा छिलिया। तेरे खुबे किल जहाज दे गुरां दिती पिठ भुआ। मक्खन शाह मां दे चरणों टै पिया, कहने लगा महाराज मैं तेन प्रगट करूँगा। गुरु तेग बहादुर महाराज ने आख्या मक्खन शाह प्रगट होने में बड़े दुख ने, जिहड़ा सानू प्रगट करेगा उहदा गुरु नानक की दरगाह च मूँह काला होवेगा। प्रगट हो के मेरे पिता गुरु हरगोबिंद सिंह महाराज नूं जंग लड़ने पै ने। माफ़ करना प्रगट हो के मक्खन शाह मेरे दादा गुरु अर्जन देव महाराज नूं तत्तियां तवियां दे बहना पिया। जिहड़ा सानू प्रगट करूँ उहदा गुरु नानक की दरगाह च मूँह काला हो। मक्खन शाह ने आख्या महाराज बस इन्नी गल है। मक्खन शाह ओरा साहब तो बाहर आया, माता नानकी ने बेनती की माता जी रोटियां पकाने वाला तवा मैनू जरा दिओ। जदों माता ने क्या तवे का की करना, आख्या माता जी तवा दिओ। तवा माता नानकी पासों लैके ओदी काला कालख मक्खन शाह ने अपने मूँह के उत्ते मल के गुरु तेग बहादुर महाराज के चरणों च गल च पल्लू पा के बेनती की महाराज। नौवें पातशाह कहते मक्खन शाह आ की कीता? आखे तुहाडा वचन पूरा किया। तुसीं दसो तुहाडे तों वड्डी कोई गुरु नानक की दरगाह होर भी है खालसा जी? तुहाडे तों वड्डी गुरु नानक की दरगाह कोई होर भी है खालसा जी? उस कखां की कुटिया के उत्ते चढ़ के मक्खन शाह ने आख्या दुनिया के लोगों पल्लू मारिया। माफ़ करना गुरु की संगत कहता गुरु लादो रे उस इलाके की बोली है। गुरु लादो भाव गुरु लभ पिया, कहता गुरु लादो रे गुरु लादो रे गुरु लादो रे गुरु लादो रे। अज उस गुरु तेग बहादुर महाराज के पावन पुत्र प्रकाश दिवस की तुहानूं सारिआं नूं लख लख वधाई होवे। समा आग्या नहीं दिंदा, हुण नमस्ते का पाठ होएगा, उस तो बाद अरदास होगी। तुसीं बड़े भागां वाले हो जो गुरु तेग बहादुर महाराज के प्रकाश दिहाड़े ते गुरु ग्रंथ साहिब महाराज की हजूरी च गुरु तेग बहादुर जी महाराज का प्रकाश दिवस मना रहे हो। होइयां भुलां दी माफ़ी इन्हें शब्द प्रवान करो। साध संगत जी तू कुछ नहीं जाना, कहंदा शाह हुसैन माना एक दिन मिट्टी च मिल जाना। नदियों पार रंजन दा ठाणा कीता कौल जरूरत जाना। मिन्नतां करां मिला दे नाल। सो साध संगत जी उत्थे दिल्ली विच 24 घंटे लंगर चल रहे ने, संगतां छक रहीआं ने। भागां वालिओ माफ़ करना गुरु नानक दा लंगर ये 20 तो चलिया लंगर ये चलदा आ रहा है, ये चलदा रहेगा। ਉਹ ਸਾਧ ਸੰਗਤ ਜੀ ਸਾਰੀਆਂ ਹੀ ਸੰਗਤਾਂ ਨੂੰ ਮੈਂ ਸਤਿਗੁਰੂ ਗੁਰੂ ਤੇਗ ਬਹਾਦਰ महाराज ਦੇ ਪ੍ਰਕਾਸ਼ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ। ਸਾਧ ਸੰਗਤ ਜੀ ਸਤਿਗੁਰੂ ਕਿਰਪਾ ਕਰਨ, ਤੁਹਾਡੀਆਂ ਮਨੋ ਸ਼ੁਭਕਾਮਨਾਵਾਂ ਪੂਰੀਆਂ ਕਰਨ। ਤੁਸੀਂ ਹੱਸਦੇ ਰਹੋ, ਵਸਦੇ ਰਹੋ, ਸਿੱਖੀ ਦੇ ਰਾਹ 'ਤੇ ਚੱਲਦੇ ਰਹੋ। ਤੇ ਇੱਕ ਵਾਰੀ ਫਿਰ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਬੜੀ ਕਿਰਪਾ ਕੀਤੀ ਉਹਨਾਂ ਮਾਤਾ ਉਹਨਾਂ ਮਾਵਾਂ ਭੈਣਾਂ ਨੇ ਜਾਂ ਉਹਨਾਂ ਬਜ਼ੁਰਗਾਂ ਨੇ ਆਪਣੇ ਬੱਚਿਆਂ ਨੂੰ
ਜਿਨ੍ਹਾਂ ਨੇ SIS ਅਕੈਡਮੀ 'ਚ ਐਡਮਿਸ਼ਨ ਦਵਾਇਆ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਸਮਾਂ ਆਉਣ 'ਤੇ ਵੇਖੋਗੇ ਤੁਸੀਂ ਕਿ ਤੁਹਾਡੇ ਬੱਚਿਆਂ ਦੀ ਜ਼ਿੰਦਗੀ SIS ਅਕੈਡਮੀ 'ਚ ਕਿਵੇਂ ਬਣਦੀ ਹੈ। ਔਰ ਸਾਧ ਸੰਗਤ ਜਿਨ੍ਹਾਂ ਨੇ ਨਹੀਂ ਕਰਵਾਏ ਉਹ ਵੀ ਆਪਣੇ ਬੱਚੇ ਉੱਥੇ ਬੱਚਿਆਂ ਦੇ ਐਡਮਿਸ਼ਨ ਕਰਵਾਓ। ਸਟਾਫ ਉਹ ਰੱਖਿਆ ਖਾਲਸਾ ਜੀ ਚੁਣ ਕੇ। ਮਾਫ਼ ਕਰਨਾ, ਜਿਵੇਂ ਅਸੀਂ ਨਾ ਕਿਸੇ ਛੱਲੀਆਂ ਦੇ ਖੇਤ 'ਚ ਵੜ ਜਾਈਏ ਅਤੇ ਛੱਲੀ ਉਹ ਤੋੜਨੀ ਜਿਹੜੀ ਚੰਗੀ ਮੋਟੀ ਅਤੇ ਲੰਬੀ ਹੈ, ਗੰਨੇ ਦੇ ਖੇਤ 'ਚ ਵੜ ਜਾਈਏ ਅਤੇ ਅਸੀਂ ਗੰਨਾ ਉਹ ਤੋੜਨਾ ਜਿਹੜਾ ਲੰਬਾ ਅਤੇ ਮੋਟਾ ਹੈ। ਮਾਫ਼ ਕਰਨਾ, ਜੇ ਕਿਸੇ ਬਾਗ ਦੇ ਵਿੱਚ ਵੜ ਜਾਈਏ ਅਮਰੂਦ ਉਹ ਤੋੜਨਾ ਜਿਹੜਾ ਮੋਟਾ ਅਤੇ ਸੋਹਣਾ। ਇੱਥੇ ਜਿਹੜੇ ਜਿੰਨੇ ਵੀ ਟੀਚਰ ਨੇ ਉਹ ਚੁਣ ਕੇ ਟੀਚਰ ਰੱਖੇ ਨੇ ਖਾਲਸਾ ਜੀ। ਅਤੇ ਤੁਸੀਂ ਆਪਣੇ ਆਪ 'ਤੇ ਨਹੀਂ ਸਗੋਂ ਆਪਣੀ ਔਲਾਦ 'ਤੇ ਤਰਸ ਕਰੋ। ਸਾਧ ਸੰਗਤ ਜੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ SIS ਅਕੈਡਮੀ 'ਚ ਐਡਮਿਸ਼ਨ ਦਿਵਾਓ। ਅਤੇ ਸਾਧ ਸੰਗਤ ਜੀ ਵੇਖਿਓ ਤੁਹਾਡੇ ਬੱਚਿਆਂ ਦਾ ਜੀਵਨ, ਤੁਹਾਡੇ ਬੱਚਿਆਂ ਦਾ ਭਵਿੱਖ ਜਿਹੜਾ ਫਿਊਚਰ ਹੈ, ਜਿਹੜਾ ਤੁਸੀਂ ਆਪ ਹੀ ਆਖਿਆ ਕਰੋਗੇ ਥੋੜ੍ਹੇ ਹੀ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਜਿੰਨੀ ਪੜ੍ਹਾਈ ਦੂਜੇ ਸਕੂਲਾਂ 'ਚ 1 ਸਾਲ 'ਚ ਨਹੀਂ ਕਰਵਾਈ ਜਾਂਦੀ, SIS ਅਕੈਡਮੀ ਦੇ ਵਿੱਚ ਉਹ ਪੜ੍ਹਾਈ 6 ਮਹੀਨੇ ਦੇ ਵਿੱਚ ਕਰਵਾਈ ਜਾਏਗੀ। ਇਹਨੇ ਸ਼ਬਦ ਪ੍ਰਵਾਨ ਐਲਸ ਦੀਆਂ ਕਲਾਸਾਂ ਵੀ ਉੱਥੇ ਸ਼ੁਰੂ ਹੋ ਗਈਆਂ ਨੇ। ਬੱਚੇ 10+2 ਤੋਂ ਬਾਅਦ ਐਲਸ ਕਰਕੇ ਸਾਧ ਸੰਗਤ ਕਿਸੇ ਵੀ ਕੰਟਰੀ ਜਾ ਸਕਦੇ ਨੇ। ਇਹਨੇ ਸ਼ਬਦ ਪ੍ਰਵਾਨ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਗੁਰੂ ਤੇਗ ਬਹਾਦਰ ਦੇ ਪ੍ਰਕਾਸ਼ ਦਿਵਸ ਦੀ ਲੱਖ 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 ਵਧਾਈ ਹੋਵੇ। ਉਹ ਤੁਸੀਂ ਕੱਖ ਨਹੀਂ ਨਾ ਕਰ ਸਕਦੇ, ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਕੱਖ ਵੀ ਨਹੀਂ ਕਰ ਸਕਦੇ। ਆ ਜਿਹੜੀਆਂ ਬੀਬੀਆਂ ਭੈਣਾਂ ਦੇ ਔਲਾਦ ਨਹੀਂ ਹੈਗੀ, ਜਿਨ੍ਹਾਂ ਦੇ ਕੋਲ ਧਨ ਦੀ ਕਮੀ ਹੈ, ਜਿਨ੍ਹਾਂ ਦੇ ਕੋਲ ਸਾਧ ਸੰਗਤ ਜੀ ਚੰਗਾ ਘਰ ਨਹੀਂ, ਸਵੇਰੇ ਉੱਠ ਕੇ ਨਾ ਤੁਸੀਂ ਤਜਰਬਾ ਕਰ ਲਿਓ। ਸਵੇਰੇ ਉੱਠ ਕੇ ਨਾ ਬਸ ਇੰਨਾ ਹੀ ਕਹਿ ਦਿਆ ਕਰੋ ਤੁਹਾਡੀਆਂ ਸਭ ਮਨੁੱਖ ਬਖਾਣਾ ਪੂਰੀਆਂ ਹੋ ਜਾਣਗੀਆਂ। ਇਹਨਾਂ ਕਹਿ ਦਿਆ ਕਰੋ ਅੱਧਾ ਘੰਟਾ ਪੌਣਾ ਘੰਟਾ ਨਾ ਇੰਨਾ ਹੀ ਯਾਦ ਕਰ ਲਿਆ ਕਰੋ। ਗੁਰੂ ਤੇਗ ਬਹਾਦਰ ਸਿਮਰਿਐ ਕਰਨੋ ਨਿਧ ਆਵੈ ਤਾਏ, ਗੁਰੂ ਤੇਗ ਬਹਾਦਰ ਸਿਮਰਿਐ ਕਰਨੋ ਨਿਧ ਆਵੈ, ਗੁਰੂ ਤੇਗ ਬਹਾਦਰ ਸਿਮਰਿਐ ਕਰਨੋ ਨਿਧ ਆਵੈ ਤਾਏ, ਗੁਰੂ ਤੇਗ ਬਹਾਦਰ ਸਿਮਰਿਐ ਕਰਨੋ ਨਿਧ ਆਵੈ ਤਾਏ, ਗੁਰੂ ਤੇਗ ਬਹਾਦਰ ਸਿਮਰਿਐ ਕਰਨੋ ਨਿਧ ਆਵੈ ਤਾਏ, ਗੁਰੂ ਤੇਗ ਬਹਾਦਰ ਸਿਮਰਿਐ ਕਰਨੋ ਨਿਧ ਆਵੈ ਤਾਏ। ਇਹ ਇੱਕ ਜਿਹੜੀ ਨਾ ਇਹ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ, ਤੁਹਾਡੀ ਅਰਦਾਸ ਸ਼ੁਰੂ ਹੁੰਦੀ ਹੈ। ਇੰਨਾ ਕੁ ਤੁਸੀਂ ਜਾਪ ਕਰ ਲਿਆ ਕਰੋ, ਤੁਹਾਡੇ ਘਰ ਧਨ ਦੀ ਕਮੀ ਨਹੀਂ ਰਹੇਗੀ, ਮਾਲ ਦੀ ਕਮੀ ਨਹੀਂ ਰਹੇਗੀ, ਤੁਹਾਡੀਆਂ ਸਭ ਮਨੋਸ਼ੁਭਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਸਾਧ ਇਹਨੇ ਸ਼ਬਦ ਕਰੋ ਪ੍ਰਵਾਨ, ਹੋਈਆਂ ਭੁੱਲਾਂ ਦੀ ਮਾਫੀ। ਸਾਧ ਸੰਗਤ ਜੀ ਦਿੱਲੀ ਲੰਗਰ ਚੱਲ ਰਹੇ ਨੇ, ਚੱਲਦੇ ਰਹਿਣੇ ਨੇ, ਆਪਾਂ ਅਸੀਂ ਚਲੇ ਗਏ ਫਿਰ ਵੀ ਚੱਲਦੇ ਰਹਿਣੇ ਨੇ, ਪਰ ਸਾਨੂੰ ਤਾਂ ਵਿੱਚੋਂ ਸੇਵਾ ਮਿਲਣੀ ਹੈ। ਖੈਰ ਤੁਸੀਂ ਭਾਗਾਂ ਵਾਲੇ ਉਸ ਸਮੇਂ ਦਾ ਫਾਇਦਾ ਉਠਾਓ। ਹੁਣ ਇੱਕ ਵਾਰੀ ਫੇਰ ਬੁਲਾਓ ਫਤਿਹ।